वाहेगुरु जी का खालसा वाहेगुरु जी की फतेह। जुगो जुग अटल चवर छत्र तख्तां दे मालक धन धन श्री गुरु ग्रंथ साहिब जीआं दी पवित्र पावन गोद विच दूरों नेड़ेों चल करके संध्या दे विशेष दीवाना दियां हाजरियां भरते हुए समय नूं सफला बना रहे हो। सतगुरां दे पवित्र व्यक्तिगत जीवन चोजां दे विचों आप जी ने सरवण कीता सी मच्छ दा उधार करन तो बाद सतगुरु गुरु नानक साहिब महाराज समुद्रां दे राहां ते जा रहे हैं। जदों एक भयानक बला ने रस्ता रोक लिया, भाई मरदाना जी वेख के घबरा गए, पर गुरु नानक साहब आखन लगे, मरदानिया पिछे मुड़ के कुछ नहीं होना ते ना सानू इस बला ने भजन देना। वाहिगुरु वाहिगुरु कहंदा अपने राह चली जा। जब उस भयानक चीज ने गुरु नानक साहब जियां ते हमला किया, समुद्र विच तैरती सोटी गुरु नानक पातशाह जी ने उहदे मुख वल मारी, खोले हुए मुंह विच जा फसी है, तड़फदी है वो बला जिहदा भयानक जिहा चेहरा, डरावना रूप, पर हुण रो रही है, तड़फ रही है। इन्ने नूं नारद मुनि प्रगट होए, गुरु नानक साहब जी दे चरनां ते नमस्कार कीती, गुरु बाबा जी दी महिमा करदे ने। इन्हां सारे प्रसंगां नूं आप जी ने सरवण कीता। आओ कुछ समा मन चित बिरतियां नूं एकाग्र चित बनाइए, प्रेम दी पाओ सांझ, गज गज के आखो जी सतनाम श्री वाहिगुरु साहिब जी, सतनाम श्री वाहिगुरु साहिब जी। तिन ते बिद पुन बेद उचारे, सतजुग धर्म कीन प्रतपारे। दीन दुनी दे मालिक गुरु नानक साहब जियां दे सन्मुख महान तपस्वी नारद मुनि जी प्रगट होके बेनतियां करदे ने, पातशाह आप तिन्ने लोकां दे स्वामी हो, मालिक हो, सब कुछ तुहाडा अपना रचिया होया। करोड़ा ब्रह्मियां नूं आप जी ने साजिया है, करोड़ा शिव ते विष्णु तुसीं आप बनाए ने, पर कोई देवी देवता पीर पैगंबर रब्बा तेरे तो वड्डा नहीं। सब तेरा पानी भरदे। दुनिया दे धर्म वेदां ते शास्त्रां दी गल करदे ने, पर चारों वेद ब्रह्मा ने उचारण कीते। ब्रह्मा ते तेरा थापिया होया। ये वेद ग्रंथ शास्त्र तेरे तो वड्डे नहीं। नाम है संग जोग उपदेशा, सिमरै नर जे कटी कलेशा। वेद धर्म ग्रंथ ये सतयुग वेले दीयां गल्लां ने, कलयुग दे विच इन्हां दा आधार नहीं है। इन्हां वेदां दे नाल कहंदे नाम दी महिमा प्रगट कीती। सतयुग दे लोग जिथे वेदां नूं याद करदे ने, वेदां नूं पढ़दे ने, रटदे ने, रटन करदे आ,
ਉੱਥੇ ਉਹ ਨਾਮ ਜਪਣ ਦੀ ਕੋਸ਼ਿਸ਼ ਵੀ ਕਰਦੇ ਸੀ। ਬਾਣੀ ਲਿਖਦੀ ਹੈ, ਸਤਿਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤਿੰਨੇ ਯੁਗ ਤਿੰਨੇ ਜਿਹੜੇ ਕਲ ਕੇਵਲ ਨਾਮ ਇਹਦਾ। ਤਿੰਨੇ ਯੁਗਾਂ ਨੇ ਆਪੋ ਆਪਣੀ ਵਾਰੀ ਦਾ ਵਿਖਿਆਨ ਕੀਤਾ, ਪਰ ਕਲਯੁਗ ਦੇ ਸਮੇਂ ਵਿੱਚ ਕੇਵਲ ਨਾਮ ਦੀ ਮਹਿਮਾ। ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਨਾਰਦ ਮੁਨੀ ਦੋਨੇ ਹੱਥ ਜੋੜ ਬੀਣਾ ਵਜਾ ਕੇ ਪਿਆਰ ਵਿੱਚ ਭਿੱਜ ਕੇ ਇਹ ਅਰਜ਼ਾਂ ਕਰਦੇ ਨੇ। ਹਰਨ ਰਣ ਕੀ ਅਲਪ ਮਨੀਖ ਨ ਦੇਖ ਦੀਨੀ ਅਸ ਸੀਖ। ਇਹ ਵੇਦ ਧਰਮ ਗ੍ਰੰਥ ਸਤਿਯੁਗ ਵਿੱਚ ਕਿਉਂ ਉਚਾਰਨ ਕੀਤੇ? ਨਾਰਦ ਮੁਨੀ ਕਾਰਨ ਦੱਸਦੇ ਨੇ, ਕਹਿੰਦੇ ਉਦੋਂ ਦੇ ਲੋਕਾਂ ਦੇ ਕੋਲ ਅਕਲ ਘੱਟ ਸੀ, ਬਹੁਤ। ਅਕਲ ਤੇ ਹੁਣ ਵੀ ਘੱਟ ਹੈ। ਦੁਨਿਆਵੀ ਪੱਧਰ ਤੇ ਅਕਲ ਸਾਡੇ ਕੋਲ ਬੜੀ ਹੈ, ਪਰ ਧਰਮ ਦੀ ਦੁਨੀਆ ਵਿੱਚ ਅਸੀਂ ਸਾਰੇ ਜ਼ੀਰੋ ਹਾਂ। ਦੁਨੀਆ ਦੀ ਨੌਲੇਜ ਹਰ ਬੰਦੇ ਕੋਲ ਕੁੱਟ-ਕੁੱਟ ਭਰੀ ਹੈ, ਪਰ ਧਰਮ ਵਾਲੇ ਪਾਸੇ ਹਰ ਬੰਦਾ ਪੂਰਾ ਕਰ ਰਹੀ ਹੈ। ਜਦੋਂ ਸਤਿਯੁਗ ਦੇ ਲੋਕਾਂ ਵਿੱਚ ਅਕਲ ਨਹੀਂ ਹੈ, ਗਿਆਨ ਨਹੀਂ ਹੈ ਬਹੁਤਾ, ਕਹਿੰਦੇ ਫਿਰ ਬ੍ਰਹਮਾ ਜੀ ਨੇ ਵੇਦ ਉਚਾਰਨ ਕੀਤੇ ਸੀ ਤਾਂ ਜੋ ਇਹਨਾਂ ਨੂੰ ਰੱਬ ਤੇ ਰੱਬ ਦੇ ਘਰ ਦਾ ਪਤਾ ਲੱਗੇ। ਪਰ ਵੇਦਾਂ ਦੇ ਵਿੱਚ ਪਿਓਰ ਰੱਬ ਦਾ ਸੰਕਲਪ ਨਹੀਂ ਹੈ। ਬੜਾ ਕੁਝ ਉਹਨਾਂ ਵਿੱਚ ਐਡ ਕੀਤਾ ਗਿਆ, ਐਡਿਟ ਵੀ ਕੀਤਾ ਗਿਆ। ਉਹਨਾਂ ਵੇਦਾਂ ਨੇ ਸਮੇਂ-ਸਮੇਂ ਦੀ ਗੱਲ ਕੀਤੀ, ਵੇਦ ਹਰ ਸਮੇਂ ਦੀ ਗੱਲ ਨਹੀਂ ਕਰਦੇ, ਕਿਉਂਕਿ ਵੇਦ ਸਤਿਯੁਗ ਵਿੱਚ ਉਚਾਰਨ ਕੀਤੇ ਨੇ ਚਾਰੇ ਵੇਦ, ਰਿਗ ਵੇਦ, ਯਜੁਰ ਵੇਦ, ਅਥਰਵਣ ਵੇਦ, ਸਾਮ ਵੇਦ। ਪਰ ਕਲਯੁਗ ਦੇ ਸਮੇਂ ਵਿੱਚ ਇਹ ਲਾਗੂ ਨਹੀਂ ਕੀਤੇ ਜਾ ਸਕਦੇ। ਜਿਵੇਂ ਅੱਜ ਤੋਂ 1000 ਸਾਲ ਪਹਿਲਾਂ ਜੋ ਭਾਰਤ ਦਾ ਸੰਵਿਧਾਨ ਸੀ ਉਹ ਅੱਜ ਲਾਗੂ ਹੋ ਸਕਦਾ ਹੈ? ਜਾਂ ਜੋ ਅੱਜ ਹੈ, ਜੋ ਅਸੂਲ ਅੱਜ ਹਨ, ਕਿ ਆਉਣ ਵਾਲੇ 2051-52 ਦੇ ਵਿੱਚ ਅੱਜ ਵਰਗੇ ਅਸੂਲ ਹੋਣਗੇ ਜਾਂ ਟੈਕਨੋਲੋਜੀ ਹੋਏ? ਬਦਲਦਾ ਜਾਂਦਾ। ਪਰ ਉਹਨਾਂ ਲੋਕਾਂ ਤੋਂ ਸਮਝਾਉਣ ਵਾਸਤੇ, ਸਿੱਧੇ ਰਾਹ ਪਾਉਣ ਵਾਸਤੇ ਕਹਿੰਦੇ ਵੇਦਾਂ ਦੀ ਰਚਨਾ ਕੀਤੀ ਸੀ, ਤਾਂ ਜੋ ਆ ਲੋਕ ਧਰਮ ਦੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਣ। ਮਨ ਭੂਪਤ ਕੇ ਹੈ ਕਰ ਦਵਾਰਾ, ਸ਼ੁਭ ਸਿਮਰਨ ਕੋ ਕੀਨ ਉਚਾਰਾ। ਫੇਰ ਵੇਦਾਂ ਤੋਂ ਬਾਅਦ ਉਚਾਰਨ ਕੀਤੀਆਂ ਗਈਆਂ 27 ਸਿਮਰਤੀਆਂ, ਜੋ ਸਿਮਰਤੀਆਂ ਅਲੱਗ-ਅਲੱਗ ਫਕੀਰਾਂ ਨੇ, ਸਾਧਾਂ ਨੇ, ਰਾਜਿਆਂ ਨੇ ਲਿਖੀਆਂ। ਉਹਨਾਂ ਵਿੱਚੋਂ ਇੱਕ ਰਾਜਾ ਹੋਇਆ ਰਾਜਾ ਮਨੂ। ਇਹ ਆਹੀ ਦੇਣ ਹੈ ਨਾ ਜਿਹੜੀ 4 ਵਰਨਾਂ ਦੀ, ਇਹ ਸਭ ਇਹਦੀ ਉਹ ਕਿਰਪਾ ਹੈ। ਜਾਤ ਵੰਡ ਵਿੱਚ ਜਿੰਨਾ ਵੀ ਅੱਜ ਭਾਰਤ ਦੇਸ਼ ਫਸਿਆ ਹੋਇਆ, ਇਹ ਸਭ ਮਨੂ ਰਾਜੇ ਦੀ ਮਿਹਰਬਾਨੀ ਹੈ, ਉਹਦੀ ਕਰਤੂਤ। ਪਰ ਮਨੂ ਨੇ ਇੱਕ ਸਿਮਰਤੀ ਉਚਾਰਨ ਕੀਤੀ, ਉਹ ਰਾਜਿਆਂ ਦੇ ਨਾਲ ਇੱਕ ਸਾਧੂ ਵੀ ਸੀ। ਉਹ ਅਲੱਗ ਹੈ ਵੀ ਉਹਦੀ ਆਈਡੀਓਲੋਜੀ, ਉਹਦੀ ਵਿਚਾਰਧਾਰਾ ਅੱਜ ਦੇ ਜ਼ਮਾਨੇ ਵਿੱਚ ਲਾਗੂ ਨਹੀਂ ਕੀਤੀ ਜਾ ਸਕਦੀ। ਅੱਜ 4 ਵਰਨਾਂ ਦੀ ਗੱਲ ਕਿੱਥੇ ਹੈ? ਅੱਜ 4ਾਂ ਦਾ ਜ਼ਿਕਰ ਕੌਣ ਕਰਦਾ? ਇੱਕ ਸਾਡੇ ਦੇਸ਼ ਨੂੰ ਛੱਡ ਕੇ ਦੁਨੀਆ ਤੇ ਚੰਦ ਤੇ ਤੁਰੀ ਫਿਰਦੀ, ਅਸੀਂ 4 ਵਰਨਾਂ 'ਚ ਵੰਡ ਕੇ ਲੋਕਾਂ ਦੀ ਰਾਜਨੀਤੀ ਕਰੀ ਜਾਂਦੇ। ਰਾਜੇ ਮਨੂ ਨੇ ਕਹਿੰਦੇ ਸਿਮਰਤੀ ਉਚਾਰਨ ਕੀਤੀ। 27 ਸਿਮਰਤੀਆਂ ਜਿਹੜੀਆਂ ਨੇ ਨਾ, ਉਹ ਵੱਖ-ਵੱਖ ਫਕੀਰਾਂ, ਸਾਧੂਆਂ ਵੱਲੋਂ ਨੇ। ਮਨੂ ਸਿਮਰਤੀ ਵਿੱਚ ਮਨੁੱਖ ਨੂੰ 4 ਕਬੀਲਿਆਂ 'ਚ ਵੰਡਿਆ ਗਿਆ, ਖੱਤਰੀ, ਬ੍ਰਾਹਮਣ, ਸ਼ੂਦਰ ਅਤੇ ਵੈਸ਼। ਹੌਲੀ-ਹੌਲੀ ਇਹਨੂੰ ਧਰਮ ਬਣਾ ਲਿਆ। ਬੜਾ ਕੁਝ ਇੱਦਾਂ ਦਾ ਹੁੰਦਾ ਹੈ, ਬੜੀਆਂ ਕਾਲਪਨਿਕ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਧਰਮ ਨਾਲ ਲੈਣ ਦੇਣ ਹੀ ਕੋਈ ਨਹੀਂ ਹੁੰਦਾ, ਬਸ ਜੋੜੀਆਂ ਜਾਂਦੀਆਂ ਨੇ, ਫਿੱਟ ਕੀਤੀਆਂ ਜਾਂਦੀਆਂ ਨੇ। ਸਾਡੇ ਪੰਥ ਦੇ ਵਿੱਚ ਵੀ ਬੜੀਆਂ ਐਸੀਆਂ ਮਨ ਘੜਤ ਕਹਾਵਤਾਂ ਨੇ ਜਿਨ੍ਹਾਂ ਦਾ ਆਧਾਰ ਹੀ ਕੋਈ ਨਹੀਂ, ਨਾ ਸਾਇੰਟੀਫਿਕ ਹੈ ਨਾ ਧਾਰਮਿਕ ਹੈ, ਬਸ ਆਪਣੇ ਕੋਲੋਂ ਅਸੀਂ ਚਲਾਈਆਂ ਤੇ ਚੱਲ ਪਏ। ਹੁਣ ਉਹਨਾਂ ਸਮਿਆਂ ਵਿੱਚ ਮਨੂ ਰਾਜੇ ਨੇ ਜੋ ਕੁਝ ਕੀਤਾ, ਕਹਿੰਦੇ ਉਹ ਧਰਮੀ ਰਾਜਾ ਸੀ, ਉਹਦਾ ਬੋਲਿਆ ਹਰ ਬੋਲ ਲੋਕਾਂ ਨੇ ਧਰਮ ਮੰਨਿਆ। ਪਰ ਮਨੂ ਸਿਮਰਤੀ ਦੇ ਲਿਆ ਕੇ ਲੋਕਾਂ 'ਚ ਜ਼ਹਿਰ ਘੋਲਦਾ। ਅੱਜ RSS ਵਰਗੀਆਂ ਏਜੰਸੀਆਂ ਮਨੂ ਸਿਮਰਤੀ ਤੇ ਲਾਗੂ ਕਰਨ ਨੂੰ ਫਿਰਦੀਆਂ, ਜੋ ਦੇਸ਼ ਦੇ ਸੰਵਿਧਾਨ ਨੂੰ ਸੰਵਿਧਾਨ ਨਹੀਂ ਮੰਨਦੇ। ਹੁਣ ਮਨੂ ਸਿਮਰਤੀ ਦਾ ਬੋਲ ਬਾਲਾ ਐਸਾ ਹੋਇਆ, ਕਹਿੰਦੇ ਸਤਿਯੁਗ ਦੇ ਵਿੱਚ ਲੋਕਾਂ 'ਚ ਜ਼ਹਿਰ ਨਹੀਂ ਸੀ, ਨਫ਼ਰਤ ਨਹੀਂ ਸੀ ਇੰਨੀ ਹੋਈ। ਕਦੋਂ? ਜਦੋਂ ਵਰਨ ਵੰਡ ਹੋ ਗਈ। ਖੱਤਰੀ ਕਹਿੰਦੇ ਅਸੀਂ ਵੱਡੇ, ਬ੍ਰਾਹਮਣ ਕਹਿੰਦੇ ਅਸੀਂ ਪੂਜਣ ਯੋਗ ਹਾਂ, ਸ਼ੂਦਰ ਤੇ ਵੈਸ਼ ਕਹਿੰਦੇ ਯਾਰ ਸਾਡਾ ਹੱਕ ਦੇ ਦਿਓ। ਕਹਿੰਦੇ ਨਹੀਂ, ਵੈਸ਼ ਦੁਕਾਨਾਂ ਕਰਨਗੇ, ਵਪਾਰ ਕਰਨਗੇ, ਸ਼ੂਦਰ ਝਾੜੂ ਪੋਚਾ ਕਰਨਗੇ, ਸਫਾਈਆਂ ਕਰਨਗੇ, ਇਹ ਦੂਰ ਰਹਿਣਗੇ, ਨੀਚ ਜਾਤ ਹਨ। ਕਹਿੰਦੇ ਉਸ ਤੋਂ ਬਾਅਦ ਧਰਮਾਂ ਦੇ ਬਖਰੇਵੇ ਬਣਨੇ ਸ਼ੁਰੂ ਹੋ ਗਏ। ਕੌਣ ਦੱਸ ਰਿਹਾ?
ਨਾਰਦ ਬੇਸ਼ੱਕ ਬ੍ਰਹਮਾ ਜੀ ਨੇ ਵੇਦ ਉਚਾਰਨ ਕੀਤੇ, ਵੇਦਾਂ ਦੀਆਂ ਆਇਤਾਂ ਤੇ ਸਤਰਾਂ ਨੂੰ ਲੈ ਕੇ ਸਿਮਰਤੀਆਂ ਲਿਖੀਆਂ ਗਈਆਂ। ਸਿਮਰਨ ਨਾਮ ਜਗਤ ਕੋ ਕਰਨਾ, ਤ੍ਰੇਤੇ ਯੁਗ ਮੇ ਨੀਕੇ ਧਰਮ। ਹੁਣ ਸਤਯੁਗ ਤੋਂ ਬਾਅਦ ਤ੍ਰੇਤਾ ਯੁਗ ਸ਼ੁਰੂ ਹੋਇਆ। ਕਹਿੰਦੇ ਉਦੋਂ ਲੋਕ ਨਾਮ ਜਪਣ ਲੱਗ ਪਏ। ਨਾਮ ਅੱਜ ਦਾ ਨਹੀਂ ਜਪਿਆ ਜਾਂਦਾ। ਸਤਯੁਗ, ਦੁਆਪਰ, ਤ੍ਰੇਤਾ, ਨਾਮ ਸਾਰਿਆਂ 'ਚ ਹੀ ਚੱਲਦਾ ਹੈ। ਪਰਮੇਸ਼ਰ ਦਾ ਨਾਮ ਉਹ ਅਲੱਗ ਗੱਲ ਹੈ। ਰੱਬ ਦਾ ਨਾਮ ਛੱਡ ਕੇ ਦੇਵਤਿਆਂ ਨੇ ਆਪਣੇ ਨਾਮ ਦੀ ਮਹਿਮਾ ਸ਼ੁਰੂ ਕਰ ਦਿੱਤੀ। ਕਿਸੇ ਨੇ ਕੋਈ ਨਾਮ ਜਪਾਇਆ, ਕਿਸੇ ਨੇ ਕੋਈ ਜਪਾਇਆ। ਭਾਈ ਗੁਰਦਾਸ ਜੀ ਨੇ ਸਾਰਾ ਜ਼ਿਕਰ ਕੀਤਾ ਹੋਇਆ, ਵਾਵਾ ਵਿਸ਼ਨਾ ਨਾਮ ਜਪਾਵੇ। ਦੁਆਪਰ 'ਚ ਕੀ ਹੈ, ਤ੍ਰੇਤੇ 'ਚ ਕੀ ਹੈ? ਕਿਸੇ ਨੇ ਵਾਸਦੇਵ ਜਪਾਇਆ, ਕਿਸੇ ਨੇ ਗੋਬਿੰਦ ਜਪਾਇਆ, ਕਿਸੇ ਨੇ ਮੁਰਾਰੀ ਜਪਾਇਆ, ਕਿਸੇ ਨੇ ਹਰੇ ਹਰੇ ਜਪਾਇਆ। ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਬੈਠ ਕਰਕੇ ਬੜੇ ਪਿਆਰ ਵਿੱਚ ਕਹਿੰਦੇ ਆ, ਮਹਾਰਾਜ ਜਦੋਂ ਤ੍ਰੇਤਾ ਯੁੱਗ ਸ਼ੁਰੂ ਹੋਇਆ ਨਾ, ਉਦੋਂ ਥੋੜੇ ਨਾਮ ਦੀ ਗੱਲ ਹੋਣ ਲੱਗੀ। ਨਾਮ ਦੀ ਗੱਲ ਪਹਿਲੇ ਦਿਨ ਤੋਂ ਚੱਲੀ ਆਈ ਹੈ। ਨਾਮ ਹੈ ਪਰਮੇਸ਼ਰ ਦਾ, ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ। ਦੁਨੀਆ ਰੱਬ ਦੇ ਨਾਮ ਨੂੰ ਥੋੜਾ ਬਹੁਤਾ ਚੇਤੇ ਕਰਨ ਲੱਗੀ ਹੈ। ਆਹੀ ਕਰਬੋ ਕੀ ਗਤ ਕੀਨੀ, ਧਰਮ ਰੀਤ ਬ੍ਰਤ ਪਰ ਪਰਬੀਨੀ। ਹੁਣ ਧਰਮ ਦੇ ਵਿੱਚ ਲੋਕ ਸਿਆਣੇ ਹੋਣ ਲੱਗ ਪਏ, ਕਿਉਂਕਿ ਸਤਯੁਗ ਦੇ ਵਿੱਚ ਸਾਰੇ ਸਿਆਣੇ ਨਹੀਂ ਸੀ। ਜਦੋਂ ਸਿਆਣਪ ਕੋਲੇ ਆ ਜੇ ਨਾ, ਬੰਦਾ ਚਤਰਾਈ ਕਰਦਾ ਹੈ, ਚਲਾਕ ਬਣਦਾ ਹੈ, ਦੂਜੇ ਨੂੰ ਚੰਗਾ ਨਹੀਂ ਸਮਝਦਾ, ਆਪਣੇ ਆਪ ਨੂੰ ਮਹਾਨ ਜਾਣਦਾ ਹੈ। ਕਹਿੰਦੇ ਇਹ ਚਤਰਾਈਆਂ ਸਤਯੁਗ ਤੋਂ ਬਾਅਦ ਵੱਡੇ ਪੱਧਰ ਤੇ ਸ਼ੁਰੂ ਹੋ ਗਈ। ਜਿੱਥੇ ਨਾਮ ਜਪਿਆ ਜਾਵੇ ਉੱਥੇ ਦੇਵਤੇ ਰਾਖਸ਼ਾਂ ਨੂੰ ਨਾਮ ਨਹੀਂ ਜਪਣ ਦਿੰਦੇ, ਰਾਖਸ਼ ਦੇਵਤਿਆਂ ਨੂੰ ਭਗਤੀ ਨਹੀਂ ਕਰਨ ਦਿੰਦੇ, ਇੱਕ ਦੂਜੇ ਦੇ ਤਪ ਜਪ ਵਿੱਚ ਖਲਲ ਪਾਉਂਦੇ ਆ। ਤੁਸੀਂ ਆਪ ਪੜ੍ਹ ਕੇ ਵੇਖੋ, ਧਾਰਮਿਕ ਸ਼ਾਸਤਰਾਂ ਨੂੰ ਪਤਾ ਲੱਗਦਾ। ਰਾਖਸ਼ਾਂ ਦਾ ਹਮੇਸ਼ਾ ਹੀ ਮੁੱਦਾ ਹੁੰਦਾ ਸੀ ਵੀ ਦੇਵਤੇ ਅੱਗੇ ਨਾ ਲੰਘ ਜਾਣ। ਦੇਵਤੇ ਕਹਿੰਦੇ ਸੀ ਇਹ ਤਪ ਨਾ ਕਰ ਲੈਣ। ਹਰਨਾਕਸ਼ ਵਰਗੇ ਤਪ ਕਰਕੇ ਹੀ ਏਡੇ ਪੱਧਰ ਤੇ ਬੈਠੇ ਸੀ ਕਿ ਰਾਖਸ਼ ਤੋਂ ਭਾਵ ਕਿ ਬਿਰਤੀ ਰਾਖਸ਼ ਸੀ ਉਹਨਾਂ। ਰਾਵਣ ਵਰਗੇ ਗਿਆਨੀ ਵਿਦਵਾਨ ਕਿੱਡੇ ਵੱਡੇ ਰਾਜੇ ਹੋਏ ਨੇ, ਬਿਰਤੀ ਰਾਖਸ਼ਾਂ ਵਾਲੀ ਸੀ ਉਹਨਾਂ ਦੀ, ਹੋ ਗਈ ਭ੍ਰਿਸ਼ਟ ਹੋ ਗਈ ਹੋਵੇ। ਅੱਜ ਗੁਰੂ ਸਾਹਿਬ ਦੇ ਸਨਮੁਖ ਉਹਨਾਂ ਦੱਸਿਆ, ਕਹਿੰਦੇ ਮਹਾਰਾਜ ਤੁਸੀਂ ਤੇ ਸਾਰਾ ਕੁਝ ਹੀ ਜਾਣਦੇ ਹੋ, ਆਪ ਸਭ ਕੁਝ ਕਰਨ ਵਾਲੇ ਹੋ, ਇਹ ਸਭ ਤੁਹਾਡੀਆਂ ਰਚੀਆਂ ਖੇਡਾਂ ਨੇ। ਹੁਣ ਤਾਂ ਤੇ ਮਤ ਮੰਦ ਪਮਾਨਾ, ਤਿੰਨੇ ਦੇਖ ਕੀਏ ਪੁਰਾਨਾ। ਕਹਿੰਦੇ ਫੇਰ ਉਸ ਤੋਂ ਬਾਅਦ ਮੰਦੀ ਮਤ ਵਾਲੇ ਲੋਕ ਉੱਠੇ, ਜਦੋਂ ਉਹਨਾਂ ਨੂੰ ਵੇਦ ਗ੍ਰੰਥ ਹਾਜ਼ਮ ਨਹੀਂ ਨਾ ਹੋਏ, ਕਿਉਂਕਿ ਔਖੇ ਲੱਗਦੇ ਸੀ ਪੜ੍ਹਨੇ, ਵੇਦਾਂ ਦੇ ਵਿੱਚ ਬਹੁਤ ਸਟਿਕਨੈਸ ਸੀ। ਕਹਿੰਦੇ ਫਿਰ ਪੁਰਾਣ ਰਚਨੇ ਸ਼ੁਰੂ ਕੀਤੇ। ਇੱਕ ਦਿਨ 'ਚ ਨਹੀਂ ਹੋਏ। 27 ਸਿਮਰਤੀਆਂ, 18 ਪੁਰਾਣ, 4 ਵੇਦ, ਇਹ ਬਹੁਤ ਕੁਝ ਹੈ। ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ 108 ਬਣਦਾ ਹੈ। ਜਿਵੇਂ ਆਮ ਦੇਖਦੇ ਆ ਨਾ, ਮਾਲਾ 108 ਹੁੰਦੀ ਹੈ। 108 ਬਣ ਕੇ ਭਾਵ ਕੀ ਵੀ ਪਵਿੱਤਰ ਹੈ। ਸਾਰੀਆਂ ਚੀਜ਼ਾਂ ਨੂੰ ਟੋਟਲ ਕਰਕੇ 108 ਬਣ ਜਾਂਦੀ। 32 ਉਪਨਿਸ਼ਦਾਂ ਨੇ ਇਹਦੇ ਵਿੱਚ, ਉਹ ਵੀ ਬਾਅਦ ਚੋਂ ਉਚਾਰਨ ਕੀਤੀਆਂ ਗਈਆਂ। ਇਹ ਕੀ ਹੈ? ਵੇਦਾਂ ਦੇ ਵਿਰੁੱਧ ਇਹ ਧਾਰਮਿਕ ਗ੍ਰੰਥ ਖੜੇ ਕੀਤੇ ਗਏ। ਫਿਰ ਪੁਰਾਣਾਂ ਨੇ ਆਪਣੀ ਰਵਾਇਤ, ਆਪਣੀ ਰੀਤ ਦਾ ਜ਼ਿਕਰ ਕੀਤਾ। ਆਪਣੀ ਰੀਤ, ਕਿਸੇ ਸਾਧੂ ਨੇ ਆਪਣਾ ਤਜਰਬਾ ਕੁਝ ਲਿਖ ਦਿੱਤਾ, ਕਿਸੇ ਨੇ ਕੁਝ ਲਿਖ ਦਿੱਤਾ। ਕਹਿੰਦੇ ਹੁਣ ਰੱਬ ਦੀ ਗੱਲ ਵਿਸਰਨੀ ਸ਼ੁਰੂ ਹੋ ਗਈ। ਨਾਮ ਦੀ ਮਹਿਮਾ ਕੋਈ ਜਾਣਦਾ ਹੀ ਨਹੀਂ। ਹੁਣ ਤ੍ਰੇਤੇ ਦੇ ਵਿੱਚ ਬਿਰਲੇ ਲੋਕ ਰਹਿ ਕੇ ਜਿਹੜੇ ਨਾਮ ਜਪਦੇ ਸੀ। ਜ਼ਿਆਦਾਤਰ ਲੋਕਾਂ ਦੀ ਬੁੱਧੀ ਹੋ ਗਈ ਭ੍ਰਿਸ਼ਟ, ਲੋਕ ਹੰਕਾਰੀ ਹੋਣ ਲੱਗ ਪਏ। ਵਿਆਸ ਰੂਪ ਹੈ ਸੁਗਮ ਬਖਾਨੇ, ਨਾਮ ਭਜਨ ਪੂਜਾ ਸੋ ਦ੍ਰਿੜਾਨੇ। ਹੁਣ ਤ੍ਰੇਤੇ ਯੁੱਗ ਵਿੱਚ ਵੇਦ ਵਿਆਸ ਜੀ ਹੋਏ, ਉਹਨਾਂ ਨੇ ਵੇਦਾਂ ਦੀ ਰਚਨਾ ਨੂੰ ਬੜੇ ਪਿਆਰ ਵਿੱਚ ਲੋਕਾਂ ਦੇ ਵਿੱਚ ਲੈ ਕੇ ਆਏ, ਸਮਝਾਉਣ ਦਾ ਯਤਨ ਕੀਤਾ। ਪਰ ਉਹਨਾਂ ਨਾਲ ਵੇਦਾਂ ਦੇ ਨਾਮ ਦੀ ਮਹਿਮਾ ਵੀ ਲਿਖੀ ਵੀ ਰੱਬ ਦਾ ਨਾਮ ਜਪਣਾ ਅਤ ਜ਼ਰੂਰੀ ਹੈ। ਜਿਹਨੇ ਜਨਮ ਦਿੱਤਾ, ਜਿਹਨੇ ਮੌਤ ਦੇਣੀ, ਜਿਹਨੇ ਜ਼ਿੰਦਗੀ ਦਿੱਤੀ ਹੈ, ਉਹਨੂੰ ਤੇ ਭੁੱਲੀ ਬੈਠੇ ਆ। ਇਸੇ ਕਰਕੇ ਵੇਦ ਵਿਆਸ ਨੂੰ ਬ੍ਰਹਮ ਗਿਆਨੀ ਮੰਨਿਆ ਜਾਂਦਾ ਹੈ। 4 ਵੇਦਾਂ ਦੀ ਰਚਨਾ ਉਹਨਾਂ ਨੇ ਕੀਤੀ ਹੈ, ਉਹਨਾਂ ਤੋਂ ਪਹਿਲਾਂ ਵੀ ਸੀ। ਵੇਦ ਵਿਆਸ ਜੀ ਨੇ ਉਲੱਥਾ ਕੀਤਾ ਹੈ ਉਹਨਾਂ ਦਾ ਸੰਸਕ੍ਰਿਤ ਵਿੱਚ, ਪਹਿਲਾਂ ਉਹ ਅਮਰਾਵਤੀ ਭਾਸ਼ਾ ਵਿੱਚ ਸੀ। ਹੁਣ ਵੇਦ ਵਿਆਸ ਦੇ ਗਿਆਨ ਤੋਂ ਬਾਅਦ ਰਿਸ਼ੀ ਮੁਨੀ ਫਕੀਰ ਜੰਗਲਾਂ ਵਿੱਚ ਜਾ ਕੇ ਰੱਬ ਨੂੰ ਮਿਲਣ ਦੀ ਤਾਂਘ ਕਰਦੇ ਹਨ। ਏਵ ਦੁਆਪਰ ਮਹਿ ਕੀਨ ਉਧਾਰਾ,
ਜਗਤ ਧਰਮ ਨੀਕੇ ਪ੍ਰਤਪਾਰਾ। ਫਿਰ ਆਇਆ ਦੁਆਪਰ ਯੁੱਗ, ਕ੍ਰਿਸ਼ਨ ਜੀ ਦਾ ਵੇਲਾ। ਉਦੋਂ ਵੀ ਦੰਗੇ ਫਸਾਦ ਹੁੰਦੇ ਰਹੇ, ਪਰ ਧਰਮ ਦੀ ਗੱਲ ਸਾਰੇ ਕਰਦੇ ਰਹੇ। ਰਾਮਚੰਦਰ ਜੀ ਨੇ ਧਰਮ ਦੀ ਗੱਲ ਕੀਤੀ, ਉਹ ਅਲੱਗ ਗੱਲ ਆ। ਉਹਨਾਂ ਦੇ ਸਮੇਂ ਵਿੱਚ ਉਹਨਾਂ ਦੇ ਵਿਰੋਧੀ ਬੜੇ ਇਕੱਠੇ ਹੋ ਗਏ। ਕ੍ਰਿਸ਼ਨ ਜੀਆਂ ਨੇ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ, ਅੱਜ ਵੀ ਗੁਰਬਾਣੀ ਗਵਾਹੀ ਭਰਦੀ ਹੈ। ਪਰ ਉਸ ਵੇਲੇ ਕੰਸ ਵਰਗਿਆਂ ਨੇ ਬੜੀ ਵਿਰੋਧਤਾ ਕੀਤੀ, ਬਹੁਤ ਕੁਝ ਕੀਤਾ। ਵਕਤ ਦੇ ਅਨੁਸਾਰ ਉਹ ਢਲਦੇ ਗਏ ਤੇ ਢਾਲਦੇ ਗਏ। ਕਹਿੰਦੇ ਦੁਆਪਰ ਯੁੱਗ ਵਿੱਚ, ਦੁਆਪਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰਥ ਕੀ ਹੋ। ਬਾਣੀ ਦੇ ਬਚਨ ਕਹਿੰਦੇ ਦੁਆਪਰ ਦੇ ਵਿੱਚ ਵੀ ਲੋਕਾਂ ਦੇ ਵਿੱਚ ਈਰਖਾ ਵਧਦੀ ਗਈ। ਜਿਉਂ-ਜਿਉਂ ਧਰਮ ਦਾ ਵਿਸਥਾਰ ਹੋਵੇ, ਤਿਉਂ-ਤਿਉਂ ਲੋਕ ਨਫ਼ਰਤ ਦੇ ਪਾਤਰ, ਕਿਉਂਕਿ ਨਾਮ ਜਪਣ ਵਾਲੀਆਂ ਰੂਹਾਂ ਤੇ ਥੋੜੀਆਂ ਸੀ, ਜ਼ਿਆਦਾਤਰ ਧਰਮ ਦੇ ਨਾਂ ਤੇ ਪਖੰਡ ਕਰਨ ਲੱਗ ਪਏ। ਕਿਉਂਕਿ ਪੁਰਾਣ ਆ ਗਏ, ਸਿਮਰਤੀਆਂ ਆ ਗਈਆਂ, ਚਾਰੇ ਵੇਦਾਂ 'ਚੋਂ ਆਪਣੇ ਆਪਣੇ ਮੁਹਾਵਰੇ ਹੋ ਗਏ, ਆਪੋ ਆਪਣੇ ਤਰੀਕੇ ਤੌਰ ਹੋ ਗਏ। ਕੋਈ ਕਿਸੇ ਤਰੀਕੇ ਨਾਲ ਰੱਬ ਨੂੰ ਮਿਲਣ ਦੀ ਗੱਲ ਕਰਦਾ, ਕੋਈ ਕਿਸੇ ਤਰੀਕੇ ਨਾਲ। ਕਹਿੰਦੇ ਸਾਧਾਂ ਦੇ ਸਾਧ ਵੈਰ ਬਣ ਪਏ। ਕੋਈ ਤਪੱਸਿਆ ਕਰਦਾ, ਕੋਈ ਤਪ ਕਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਪਰ ਰੱਬ ਦੇ ਨਾਮ ਦੀ ਗੱਲ ਚਲਦੀ ਚਲਦੀ ਫਿਰ ਲੋਕ ਚੁੱਪ ਹੋ ਕੇ ਰਹਿਣ ਲੱਗ ਪਏ। ਅਬ ਕਲ ਕਾਲ ਮਨੀਖਾ ਹੀ ਨੇ ਲੰਪੜ ਵਿਸ਼ੇ ਪਉਮਾਨ ਮਲੀਨੇ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ, ਉਹਨਾਂ ਯੁੱਗਾਂ ਦਾ ਪ੍ਰਭਾਵ ਲੋਕਾਂ ਉੱਤੇ ਸੀ। ਯੁੱਗ ਕਦੋਂ ਬਦਲਦੇ ਆ? ਵਿਚਾਰਾਂ ਦੇ ਤਲ ਤੇ ਯੁੱਗ ਬਦਲਦੇ। ਪਾਤਸ਼ਾਹ ਹੁਣ ਕਲਯੁੱਗ ਦਾ ਸਮਾਂ ਆ ਗਿਆ ਹੈ, ਇਹ ਬਹੁਤ ਭਿਆਨਕ ਹੈ। ਪਰ ਕਲਯੁੱਗ ਚੰਗਾ ਵੀ ਬਹੁਤ ਚੰਗਾ ਇਸ ਕਰਕੇ ਹੈ, ਇਸ ਯੁੱਗ ਵਿੱਚ ਜਪਿਆ ਹੋਇਆ ਨਾਮ ਦੁੱਗਣਾ ਚੌਗਣਾ 10 ਗੁਣਾ ਹੈ। ਮਾੜਾ ਕਰਮ ਵੀ ਕਰਾਂਗੇ ਉਹ ਵੀ 10 ਗੁਣਾ ਵਧਣਾ ਹੈ, ਤੇ ਜੇ ਸਿਮਰਨ ਬੰਦਗੀ ਭਜਨ ਕਰਾਂਗੇ ਤੇ ਉਹਦਾ ਵੀ ਫਲ ਵੱਡਾ ਹੈ। ਹੁਣ ਜਦੋਂ ਸਤਿਗੁਰਾਂ ਦੇ ਸਨਮੁਖ ਬੈਠੇ ਗੁਰੂ ਸਾਹਿਬ ਕਿਉਂ ਸੁਣਦੇ ਆ? ਕਿਉਂਕਿ ਨਾਰਦ ਮੁਨੀ ਭਗਤੀ ਦੀ ਮੂਰਤ ਨੇ। ਉਹ 9 ਪ੍ਰਕਾਰ ਦੀ ਬੰਦਗੀ ਕਰਦੇ ਆ, ਤਪ ਕਰਦੇ ਆ, ਤੇ ਉਹ ਰੱਬ ਨਾਲ ਪਿਆਰ ਕਰਨ ਵਾਲੇ ਨੇ। ਇਹ ਸਤਸੰਗ ਹੋ ਰਿਹਾ ਇੱਥੇ ਸਮੁੰਦਰਾਂ ਦੇ ਵਿਚਕਾਰ। ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਅਦਬ ਦੇ ਨਾਲ ਉਹਨਾਂ ਦੇ ਬਚਨਾਂ ਨੂੰ ਭਿੱਜ ਕੇ ਸੁਣਦੇ ਹਨ। ਇਨਕੇ ਹਿਤ ਕਰ ਕੈ ਸੁਠ ਬਾਣੀ ਏਕ ਨਾਮ ਉਪਦੇਸ਼ੋ ਪ੍ਰਾਨੀ। ਕਹਿੰਦੇ ਪਾਤਸ਼ਾਹ ਮੇਰੀ ਇੱਕ ਬੇਨਤੀ ਹੈ, ਮੈਂ ਜਾਣਦਾ ਆਪ ਜੀ ਦਾ ਅਵਤਾਰ ਕਿਉਂ ਹੋਇਆ, ਕਿਸ ਵਾਸਤੇ ਹੋਇਆ। ਪਹਿਲਾਂ ਬਹੁਤ ਆਈ, ਦੇਵੀ ਦੇਵਤੇ ਪੀਰ ਪੈਗੰਬਰ ਔਲੀਏ ਅਵਤਾਰ ਸਾਰੇ ਸਤਿਕਾਰਯੋਗ। ਮਾੜਾ ਕੌਣ ਹੈ ਇੱਥੇ? ਮਾੜੇ ਤੇ ਸਿਰਫ ਆਪਾਂ ਜਿਨ੍ਹਾਂ ਅੰਦਰ ਬੁਰਾਈ ਭਰੀ ਹੋਈ ਹੈ। ਦੁਨੀਆ ਤੇ ਹਰ ਇਨਸਾਨ ਉਹ ਪੂਜਣਯੋਗ ਹੈ ਜਿਹਦੀ ਰੱਬ ਦੇ ਘਰ ਗੱਲ ਹੁੰਦੀ ਹੋਵੇ, ਉਹ ਤੇ ਸਾਡੇ ਨਾਲੋਂ ਚੰਗਾ ਹੈ। ਜਦੋਂ ਕਹਿੰਦੇ ਨਾ ਯੁੱਗਾਂ ਦੇ ਵਿੱਚ ਕਿਸੇ 'ਚ ਜਪ ਹੁੰਦਾ ਹੈ, ਕਿਸੇ ਦੇ ਵਿੱਚ ਤਪੱਸਿਆ ਹੋ ਰਹੀ ਹੈ, ਕਿਸੇ ਵਿੱਚ ਜਗ ਹੋ ਰਹੇ ਸੀ, ਕਿਸੇ ਵਿੱਚ ਨੇਮ ਕੀਤੇ ਜਾਂਦੇ ਸੀ। ਹਰ ਯੁੱਗ ਦਾ ਆਪਣਾ ਧਰਮ ਸੀ, ਪਰ ਕਹਿੰਦੇ ਰੱਬ ਦਾ ਨਾਮ ਫਿਰ ਨਹੀਂ ਸੀ ਜਪਿਆ। ਪਾਤਸ਼ਾਹ ਇਹ ਕਲਯੁੱਗ ਦਾ ਸਮਾਂ ਆਇਆ ਹੈ, ਆਪ ਜੀ ਨਾਮ ਦੀ ਮਹਿਮਾ ਵਧਾ ਰਹੇ ਹੋ, ਕਿਰਪਾ। ਸਮੁੱਚੀ ਮਾਨਵਤਾ ਤਪ ਰਹੀ ਹੈ, ਤਪਦਾ ਇਹ ਸੰਸਾਰ, ਕਿਉਂਕਿ ਡਿੱਠਾ ਸਭ ਸੰਸਾਰ ਸੁਖ ਨਾਮ ਬਿਨ। ਮੈਂ ਸਾਰਾ ਸੰਸਾਰ ਵੇਖ ਲਿਆ, ਇੱਥੇ ਤੇ ਰੱਬ ਦੀ ਬੰਦਗੀ ਬਿਨਾਂ ਸੁਖ ਕੋਈ ਨਹੀਂ। ਪਾਤਸ਼ਾਹ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ। ਇਹ ਤੇ ਤਪ ਰਹੀ ਹੈ ਦੁਨੀਆ ਵਿਕਾਰਾਂ ਦੇ ਵਿੱਚ। ਇੱਥੇ ਹੇਰਾ ਫੇਰੀਆਂ 'ਚ ਲੋਕ ਲੱਗੇ ਨੇ, ਚਲਾਕੀਆਂ 'ਚ ਲੱਗੇ ਨੇ, ਹੰਕਾਰ 'ਚ ਲੱਗੇ ਨੇ, ਹਉਮੈ ਵਿੱਚ ਲੱਗੇ ਆ। ਹਰ ਬੰਦੇ ਦੀ ਦੌੜ ਆ, ਮੈਂ ਅੱਗੇ ਵਧਾਂ ਦੂਜੇ ਨੂੰ ਸੁੱਟ ਦਿਆਂ। ਪਰ ਧਰਮ ਤੇ ਨਹੀਂ ਸਿਖਾਇਆ। ਧਰਮ ਤੇ ਕਹਿੰਦਾ ਹੈ ਦੂਜੇ ਨੂੰ ਉੱਚਾ ਚੁੱਕ, ਤੈਨੂੰ ਰੱਬ ਚੁੱਕ ਲੈ। ਦੂਜੇ ਨੂੰ ਤੁਰਨਾ ਸਿਖਾ, ਵਾਹਿਗੁਰੂ ਤੇਰੇ ਨਾਲ ਤੁਰੇਗਾ। ਧਰਮ ਤੇ ਸਿਖਾਇਆ। ਨਾਰਦ ਮੁਨੀ ਬੇਨਤੀ ਕਰਦੇ ਆ, ਕਹਿੰਦੇ ਮਹਾਰਾਜ ਐਸੀ ਕਿਰਪਾ ਕਰ ਦਿਓ, ਬੱਚਾ ਬੱਚਾ ਕਲਯੁਗ ਦਾ ਪਰਮਾਤਮਾ ਦੀ ਬੰਦਗੀ ਕਰੇ। ਸਿਮਰੈ ਸਦਾ ਮਿਲੇ ਸਤ ਸੰਗਾ ਕਰਹੁ ਬਹੁਤ ਮਨ ਜਨ ਭ੍ਰਮ ਪੰਗਾ। ਦੁਨੀਆ ਦੇ ਭਰਮ ਨੂੰ ਆਪ ਕੱਢ ਰਹੇ ਹੋ, ਕੋਈ ਐਸੀ ਨਾਮ ਦੀ ਦਾਤ ਬਖਸ਼ੋ ਜਿਹੜੀ ਬਹੁਤ ਸੌਖੀ ਹੋਵੇ, ਸੁਖੈਨ ਹੋਵੇ। ਕਿਉਂਕਿ ਪੁਰਾਤਨ ਸਮੇਂ ਵਿੱਚ ਨਾਮ ਜਪਣਾ ਬੜਾ ਔਖਾ ਕਰਨ ਸੀ। ਕੋਈ ਜੰਗਲਾਂ ਵਿੱਚ ਰੁੱਖਾਂ ਥੱਲੇ ਬੈਠਾ, ਕੋਈ ਧੂਣੀਆਂ ਤਾਪ ਕੇ ਬੈਠਾ ਹੈ, ਕੋਈ ਖੂਹਾਂ 'ਚ ਪੁੱਠਾ ਲਟਕਦਾ ਹੈ, ਕੋਈ ਭੁੱਖਾ ਪਿਆਸਾ, ਕੋਈ ਬਰਫ਼ਾਂ ਦੇ ਪਾਣੀਆਂ 'ਚ ਸਰਦੀ 'ਚ ਬੈਠਾ ਹੈ। ਤਪੱਸਿਆ ਕਰਦੇ ਸੀ, ਤਸੀਹੇ ਦਿੰਦੇ ਸੀ। ਪਰ ਇੱਥੇ ਕਹਿਣ ਲੱਗੇ ਪਾਤਸ਼ਾਹ ਕਲਯੁੱਗ ਦੇ ਲੋਕ ਇੰਨੇ ਜੋਗੇ ਨਹੀਂ, ਇੰਨੇ ਦੁੱਖ ਤਸੀਹਿਆਂ ਨੂੰ ਝੱਲ ਸਕਣ। ਕੋਈ ਸੁਖੈਨ ਰਸਤਾ ਦੇ, ਸ਼ਾਰਟਕਟ।
क्योंकि इस भारत खंड में सनातन मत तो वध कुछ है ही नहीं सी। जे मिडल ईस्ट की गल करिए उधर इस्लाम का बोलबाला सी, यूरोप वाले पासे क्रिश्चियनिटी का सी, पर इस भारत खंड में वेदां की धार्मिक शास्त्रां की बोली बोली जाती सी ते पंडित लोगों ने कर्मकांड शुरू करते, पखंड शुरू करते, जिन्हां तो सारे लोग सताए। एक सतगुरां दे आउण तो पहलां दा माहौल कैसा सी? काजी होए रिश्वती पट्टी लैके गवाए। जिधर वेखो गुरु साहब ने आसा जी की वार उचारण की, बेशक ब्राह्मण सी, बेशक काजी सी, उन्हां समयां दे वड्डे लोग जो धर्म के मोढी बन के बैठ के, पर धर्म कोल नहीं सी। गुरु बाबा जी ने उन्होंने स्पष्ट शब्दों में आख्या, तुसीं पखंड करदे हो, कर्मकांड करदे हो, रब तो दूर करदे हो। अज बेनती की महाराज कोई ऐसा सौखा राह दस दिओ तां जो कलयुगी लोकां नूं, कलयुगी जीवां नूं रब दी प्राप्ति विच कोई उखाई होवे ना। जग सागर ते लिहो उबारे, माने नर जेर जाए तुम्हारी। ऐसी कृपा करो, सारा संसार आप जी दी आग्या मंगदा है, मनदा है भी दुनिया सौखे तरीके नाल कर जे, क्योंकि सारे धर्म सत्कारयोग, पर धर्मां च इह सी भी औरत मंदिर नहीं जा सकती, औरत मस्जिद नहीं जा सकती। एक गुरु नानक साहब महाराज ने ऐसा पंथ चलाया, जे गुरु का प्यारा सिख बाणी पढ़ सकदा ते भैणा भी पढ़ सकदी, जे मर्द नाम जप सकदे ते जप बीबियां भी सकदियां ने, जे मर्द सेवा कर सकदे आ ते बराबर तुर के सेवा कर सकदियां ने। दसो किहड़े धर्म विच सी? हर धर्म ने औरत नाल मजाक कीता, हर धर्म ने औरत नूं नीचा विखाया। एक कलयुग विच गुरु नानक साहब महाराज ने बराबर दे हक दिते। गुरु अमरदास पातशाह जी ने सती प्रथा नूं बंद कीता। जे कोई मर्द मर जांदा सी, पत्नी नूं जिउंदे सड़ना पैंदा सी। गुरु साहब दे सन्मुख नारद मुनि प्यार च कहंदे, महाराज ऐसी कोई सतसंग दी लहर ला दिओ, ऐसी कोई खेड वरता दिओ, दुनिया नाम नाल जुड़े भी सौखे तरीके नाल। जब जब देखो धर्म गिलाना, तब तब धर अवतार महाना। कारण की है बेनती दा? कहते महाराज जद जद भी किसी धर्म विच गिलाना तो भाव है गिरावट आई, उदों रब दे अवतार आउंदे रहे, भावें 24 अवतार सी विष्णु किसी दे भी। पर एक गल याद रखियो, देवतियां दी निंदा अज सारी दुनिया कर, धर्मी लोगों की निंदा अज सारी दुनिया करती है, पर किते भुल जाने आ। एक पासे कहने आ सारी सृष्टि च रब वसदा है, ते दूजे पासे पीर भी माड़ा, देवता भी माड़ा। नहीं, माड़ा कोई नहीं, सारे चंगे आ, पर सानू सिर्फ अपने गुरु परमात्मा तो बिना किसी की पूजा करने का अधिकार नहीं है। ते जे साडे कोल अधिकार सिर्फ एक रब की पूजा का ना, ते साडे कोल यह भी हक नहीं असीं किसी की निंदा करिए, किसी नूं माड़ा कहिए। ये गुरु नानक के घर ने नहीं सिखाया। सब चंगे आपको अपनी थां ते, जिथे जिन्ना किसी का जोर सी उन्नी को भगती जो रह गया, उन्नी क थां ते बह गया। कहते जद जद समा हुंदा रहा, दुनिया ते भीड़ां पैंदियां रहियां, रब जी तुसीं भेजदे रहे हो, उहदे भेजे ही सारे आउंदे। आपां दुनिया ते आए, आपां की चीज़ आ? ना 3 विच, ना 13 विच, ना 19 विच, ना 21 विच। असीं की आ? है कुछ नहीं, पर सानू भी ते भेजिया किसी उस परमात्मा। दुनिया ते हर आउण वाला जीव रब दा भेजिया ते जाण वाला उहदे सद्दे तो जांदा है। ते फिर जिन्ने देवी देवते पीर पैगंबर आए, सब उहदी किरपा नाल आए आ। वो अलग गल आ भी जिन्नी जिन्नी किसी दी कला सी उन्नी की वरतदे रहे, कोई 14 कला, कोई 16 कला, पर वो वाहिगुरू परमात्मा ते अनंत कला है। उहदे वर्गा ठाकुर स्वामी कदे कोई हो नहीं सकदा। आप करे होता की व्रत पारा, सब मेरी याद रखो सुख सारा। पातशाह कलयुग दे विच लोक माड़े कर्म करदे ने, पाप कमाउंदे ने, धर्म दे नां ते अडंबर करदे ने। किरपा करके लाज रखो, कोई ऐसी निशानी दे दिओ, पता लग सके ये बंदा रब नाल जुड़िया ते रब तो टुटिया है। क्योंकि सतयुग द्वापर ते त्रेते विच धर्मी ते अधर्मी दा फर्क नहीं सी लगदा, लिबास ही वड्डा सी। जिहने लिबास पा लिया, साडी भारत की धरती ते भी यही कुछ है। भावें बंदा शराब पीवे, माड़े कर्म करे, जे वो भगवे कपड़े पा के मंगण आ गया तो लोग हथ दिखाते फिरते, कहते बाबा जी मेरा भविख दस दो। जिन्होंने अपना नहीं पता तुहाडा कितों दसे। किते ना किते लिबास अज भी भरम पाउंदा है, अज भी भड़काउंदा है। पर एक स्पष्ट कह दिता महाराज, कोई ऐसे पंथ की सर्जना कर दिओ जो रहिंदी दुनिया तक अलग दिसे।
क्योंकि कलयुग के समय के लोग बड़ी छोटी मत वाले हैं। तो बिल्कुल सच है, अपने च सहनशीलता नहीं है, शॉर्ट माइंडेड आंदा लोग सारे टेंपड़ हो जाते माड़ी चीज़। बर्दाश्त शक्ति साडे च नहीं है, संयम साडे विच नहीं, सहज साडे विच नहीं। ये कोई साडा कलियां दा सुभाव थोड़ी है, कलयुग हर थां वरतदा है। पर गुरसिखां लई कलयुग चंगा ते आम दुनिया लई इहो नहीं है। बंदगी वालियां नूं कलयुग कदे बुरा नहीं करदा। वो ते कहंदा है सच्चे पातशाह तेरे प्यारिਆਂ ਨੂੰ मैं अपनी नींद भी ते झोले विच लैके रखना, पर ਜਿਹੜੇ तेरे होणगे उठ जाणगे, ਜਿਹੜੇ मेरे सिख होणगे ते पए रहणगे। फिर माड़ा कित्थों है? ਇਹੋ ਜਿਹਾ ਯੁੱਗ ਕਿੱਥੇ ਮਿਲਣਾ ਜਿਸ ਯੁੱਗ ਦੇ ਵਿੱਚ ਨਾਮ ਜਪੇ ਦਾ ਬਹੁਤਾ ਫਲ ਹੋਵੇ। ਪੁਰਾਣੇ ਯੁੱਗਾਂ ਵਿੱਚ ਨਾਮ ਦਾ ਫਲ ਥੋੜਾ ਸੀ, ਕਿਉਂਕਿ ਕਰਮ ਕਾਂਡ ਜ਼ਿਆਦਾ ਸੀ। ਇਹੀ ਗੱਲਾਂ ਸਾਰੀਆਂ ਗੁਰੂ ਸਾਹਿਬ ਦੇ ਸਨਮੁਖ ਰੱਖੀਆਂ ਸ਼ਿਕਾਇਤ ਵਜੋਂ ਵੀ ਜਿੰਨੇ ਦੇਵੀ ਦੇਵਤੇ ਆਏ ਸਭ ਨੇ ਆਪਣੀ ਮਹਿਮਾ ਕਰਾਈ, ਆਪੋ ਆਪਣੇ ਧਰਮ ਚਲਾ ਲਏ। ਹੋਵੇ ਪ੍ਰਸੰਨ ਨਾਰਦ ਮੁਨ ਤਾਏ, ਬੋਲੇ ਮਰੁਦਲ ਗਿਰਾ ਸੁਖ ਸਾਏ। ਨਾਰਦ ਮੁਨੀ ਜੀ ਦੇ ਬਚਨਾਂ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਪ੍ਰਸੰਨ ਹੋਏ। ਆਖਣ ਲੱਗੇ ਮਹਾਂਪੁਰਖੋ ਜੀ ਆਇਆਂ ਨੂੰ, क्योंकि नारद मुनि का रूप अज जो भारत के लोगों ने बनाया होया बड़ी शर्मनाक गल है। कोई उस महापुरख वर्गा 33 करोड़ देवी देवतियां विचों कोई एक भी नहीं, किड्डा मर्जी कोई देवता पूजे, पर नारद मुनि वर्गा कौन हो जिहड़ा 11 प्रकार की भगती निरंकार दी करदा है, हर वेले उहदे प्यार च भेजिया रहिंदा, जिथे कोई बंदगी करदा उत्थे मिल जांदा है। गुरु नानक साहब महाराज कहंदे महापुरखो अज सबब नाल तुहाडे दीदार हो गए। सतगुर भी इन्ना प्यार करदे, कोई किसी मत का किसी धर्म का मिल जे गुरु बाबा जी सीस नवा के मिलते सी ते असीं साडियां गर्दनां च ते लक्कड़ दे किले अड़े होए आ, असीं ते किसी दी फतेह दा जवाब नहीं दे सकदे, किसी दी सत श्री अकाल नहीं मनदे। पर इह ते धर्म इन्नी निर्माणता वाला है, इन्नी निमरता वाला है, इत्थे ते दुश्मन दा भी भला ते बुरे दा भला मन्निया जांदा है, मंगिया जांदा है। गुरु नानक साहब महाराज बड़े प्यार च भेज के आखन लगे नारद मुनि जी तुहाडी उड़ीक विच बैठे सी, उड़ीकदे सी तुहानूं, क्योंकि जो रब नूं याद करदा ते रब भी उहनां नूं चेते करदा है। जो निरंकार दी महिमा करदा ना, निरंकार भी उहनां दी सिफत गाउंदा है। सब मनीन ईश्वर रिख देवा, धन धन तुम उत्तम पेवा। गुरु साहब कहते उत्तम हो तुसी, देवते ते भाई सारे सियाड़े ने सत्कारयोग ने, पर नारद मुनि जी तुहाडी भगती नूं सलाम है, सजदा है। बंदा थोड़ा पूजिया जाता है, बंदे दी तपस्या बंदे दी बंदगी, क्योंकि बंदा है ही वो जिहड़ा बंदगी करता है, ओहदा सत्कार है। बंदगी करन वाले दा घर भी पूजिया जाता है, नगर भी पूजिया जाता है, शरीर भी पूजिया जाता है, क्योंकि वो बंदगी करता है, नाम जपदा है। गुरु नानक साहब महाराज कहते महापुरखो कर्मां नाल तुहाडे दीदार हुंदे आ, ये वड्डापण आ मेरे साहिबां दा। रब हो के परमात्मा हो के खुद नूं रब नहीं आखदे। जो बैराठ रूप करतारा, देखो मन है वधे तुम्हारा। सतगुर कहंदे नारद मुनि जी जो विराट रूप विच ओ परमात्मा अकाल पुरख वाहिगुरू है, तुसीं भी ते ओहदा ही रूप हो। ये नजरिया हो रहा है, नजर बदलने की लोड़ नहीं, नजरिया बदल लगे। जिधर नजरिया बदल गया ना, फिर कोई पापी नहीं दिसना, कोई पुण्य नहीं दिसना, कोई बुरा नहीं लगना, कोई चंगा नहीं लगना, दिसणगे अपने अवगण। जे नजरिया ना बदलिया फिर सारे माड़े मैं चलना। नजर का तो इलाज है, नजरिए का थोड़ी है। गुरु नानक साहब महाराज कहते तुसी उस प्यारे सज्जन दे सज्जन हो जिन्हें सृष्टि साजी हुई है, जो आप करतार है, जो आप निरंकार है। भगत शिरोमन प्रेम पर बीना, तुम समान को अपर न चीना। तुहाडे वर्गा कौन है? तुसी श्रोमणी भगत हो, श्रोमणी, क्योंकि भगती विच सिरमौर हन नारद मुनि, जिन्हां दा जीवन हर पल 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 बंदगी सवास सवास रब नूं ध्याउंदे हन। श्री करतार सो जस समनीरा, ਇਹ ਕੋ ਮਨ ਕੀਨ ਮਨ ਧੀਰਾ। ਪਾਤਸ਼ਾਹ ਕਹਿੰਦੇ ਉਹ ਰੱਬ ਦਾ ਨਾਮ ਇੱਕ ਪਾਣੀ ਵਰਗਾ ਹੈ ਸਾਗਰ ਦੇ। ਨਾਰਦ ਮੁਨੀ ਤੁਹਾਡਾ ਮਨ ਇੱਕ ਮੀਨ ਮੱਛੀ ਵਰਗਾ ਹੈ। ਮੱਛੀ ਦੀ ਜ਼ਿੰਦਗੀ ਪਾਣੀ ਹੈ, ਪਾਣੀ ਤੋਂ ਬਗੈਰ ਉਹ ਜਿਉਂਦੀ ਨਹੀਂ।
ਰੱਬ ਦੇ ਪਿਆਰੇ ਨਾਰਦ ਮੁਨੀ ਉਸ ਰੱਬ ਦੀ ਬਾਣੀ ਉਹਦੀ ਬੰਦਗੀ ਤੋਂ ਬਗੈਰ ਇੱਕ ਪਲ ਨਹੀਂ ਬੈਠਦੇ। ਅਸ ਪਰ ਘਰ ਮਿਲਿਆ ਪਸਮਾਹੀ, ਦੋਹੋਂ ਦਿਸ਼ਨ ਥੋਰੋ ਹਿਤ ਨਾਹੀ। ਦੋਨੇ ਤਰਫਾਂ ਤੋਂ ਪਿਆਰ ਬੜਾ ਸੀ, ਪ੍ਰੇਮ ਬੜਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਹੱਥਾਂ ਵਿੱਚ ਹੱਥ ਪਾ ਕੇ ਨਾਰਦ ਮੁਨੀ ਜੀ ਕੋਲ ਬੈਠੇ ਨੇ, ਕਿਉਂਕਿ ਉਹ ਬੰਦਗੀ ਦੀ ਮੂਰਤ ਹੈ। ਅੱਜ ਰੱਬ ਤੇ ਰੱਬ ਦਾ ਪਿਆਰਾ ਬੈਠਾ, ਪਰ ਉਸ ਰੱਬ ਦੀ ਨਿਮਰਤਾ ਵੇਖੋ। ਗੁਰੂ ਨਾਨਕ ਪਾਤਸ਼ਾਹ ਨੇ ਕਦੇ ਨਹੀਂ ਕਿਹਾ ਮੈਂ ਪਰਮੇਸ਼ਰ, ਮੈਂ ਪਰਮਾਤਮਾ ਹਾਂ, ਕਦੇ ਨਹੀਂ ਕਿਹਾ। ਜਦ ਕੋਈ ਉਹਨਾਂ ਨੂੰ ਕਹਿੰਦਾ ਨਾ ਤੁਸੀਂ ਕਰਤਾਰ ਵਰਗੇ ਹੋ, ਉਦੋਂ ਹੀ ਸਤਿਗੁਰ ਕਹਿ ਦਿੰਦੇ ਭਾਈ ਅਸੀਂ ਸੇਵਕ ਹਾਂ ਉਸ ਰੱਬ ਦੇ, ਉਸ ਪਿਆਰੇ ਦੇ, ਉਹਦੇ ਭੇਜੇ ਹੋਏ ਆਏ ਆ ਅਸੀਂ, ਤੇ ਆਮ ਤੁਹਾਡੇ ਆਮ ਜਹੇ ਹਾਂ। ਜਦੋਂ ਕਾਫੀ ਸਮਾਂ ਬਚਨ ਵਿਲਾਸ ਹੁੰਦੇ ਰਹੇ, ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਕੋਲ ਬਹਿ ਕੇ ਸੁਣਦੇ, ਕਿਉਂਕਿ ਵਾਰਤਾ ਬਹੁਤ ਲੰਬੀ ਹੈ। ਇਸ ਵਾਰਤਾ ਦੇ ਵਿੱਚ ਨਾਰਦ ਮੁਨੀ ਵਿੱਚ ਸਾਫ਼ ਫਿਕਰ ਝਲਕਦਾ ਸੀ ਕਿ ਪਾਤਸ਼ਾਹ ਜ਼ਮਾਨਾ ਕਲ ਗਿਆ, ਦੁਨੀਆ ਤੜਫੀ ਹੋਈ ਹੈ। ਦੁਨਿਆਵੀ ਬੰਦੇ ਦਾ, ਰੱਬ ਤੇ ਰੱਬ ਦੇ ਪਿਆਰਿਆਂ ਦਾ ਤੇ ਸੰਸਾਰੀ ਲੋਕਾਂ ਦਾ ਫਰਕ ਕੀ ਹੈ? ਭਗਤਾਂ ਤੇ ਸਹਿਸਾਰੀਆ ਜੋੜ ਕਦੇ ਨਾ ਆਇਆ। ਸੰਸਾਰੀ ਬੰਦਾ ਕਹਿੰਦਾ ਮੇਰਾ ਘਰ ਵੱਡਾ ਹੋ ਜੇ, ਮੇਰੀ ਦੌਲਤ ਵੱਡੀ ਹੋ ਜੇ, ਮੇਰਾ ਪਰਿਵਾਰ ਵੱਡਾ ਹੋ ਜੇ। ਭਗਤ ਕੀ ਕਹਿੰਦੇ ਆ? ਉਹ ਕਹਿੰਦੇ ਰੱਬਾ ਦੁਨੀਆ ਦਾ ਭਲਾ ਹੋ ਜੇ, ਆਖੋ ਸਤਿਨਾਮ। ਮੇਰਾ ਸਭ ਕੁਝ ਚਲਿਆ ਜਾਏ ਪਰ ਇਹਨਾਂ ਦਾ ਕੁਝ ਸਭ। ਨਾਰਦ ਮੁਨੀ ਜੀ ਨੇ ਮਹਾਰਾਜ ਤੋਂ ਕੀ ਮੰਗਿਆ? ਕੁਛ ਨਹੀਂ ਮੰਗਿਆ, ਇੱਕੋ ਦਾਤ ਮੰਗਦੇ ਪਾਤਸ਼ਾਹ ਜਗਤ ਜਲੰਦੇ ਨੂੰ ਰੱਖ ਲਓ, ਦੁਨੀਆ ਤੜਫਦੀ ਐ। ਉਨ ਨਾਰਦ ਮੁਨ ਕਲੇ ਕੋਲਿਆਇਓ, ਵਾਹਿਗੁਰੂ ਭਗਤ ਬਚਨ ਆਲਾਇਓ। ਇੰਨੇ ਬਚਨ ਬਲਾਸ ਤੋਂ ਬਾਅਦ ਨਾਰਦ ਮੁਨੀ ਆਪਣੀ ਪਤਨੀ ਨੂੰ ਲੈ ਕੇ ਆਏ, ਜਿਹਦਾ ਨਾਮ ਹੈ ਕਲਾ। ਕਲਹ ਕਲੇਸ਼ ਨੂੰ ਕਹਿੰਦੇ ਨੇ, ਜਿਹਨੇ ਭਿਆਨਕ ਰੂਪ ਧਾਰਨ ਕਰਕੇ ਭਾਈ ਮਰਦਾਨਾ ਤੇ ਬਾਲਾ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਸਾਹਿਬ ਜੀ ਦੇ ਚਰਨਾਂ ਤੇ ਆ ਕੇ ਉਹਨੇ ਮੱਥਾ ਟੇਕਿਆ, ਕਹਿੰਦੇ ਮਰਦ ਬਖਸ਼ ਲਓ, ਇਹਨੂੰ ਬਖਸ਼ ਲਓ। ਇਹ ਕਲਾ ਕਿਹੜੀ? ਸਤਿਯੁਗ ਦੇ ਵਿੱਚ ਵੀ ਸੀ। ਪ੍ਰਹਿਲਾਦ ਨਾਲ ਕਲੇਸ਼ ਕੌਣ ਕਰਦਾ ਸੀ? ਪਿਓ ਕਰਦਾ ਸੀ, ਹਰਨਾਕਸ਼ ਕਰਦਾ ਸੀ। ਉਹ ਕਹਿੰਦਾ ਸੀ ਇਹ ਭਗਤੀ ਕਰਨ ਵਾਲਾ ਮੇਰੇ ਘਰ ਕਿਉਂ ਜੰਮਿਆ, ਇਹਨੂੰ ਮਾਰਿਆ ਜਾਵੇ। ਈਰਖਾ ਚ ਕਲੇਸ਼ ਨਿਕਲਦਾ ਹੈ। ਕਲੇਸ਼ ਚ ਕੀ ਹੈ? ਸੰਤਾਪ ਹੈ, ਦੁੱਖ ਨੇ, ਧਰਮ ਥੋੜੀ ਹੁੰਦੇ। ਫਿਰ ਦੁਆਪਰ ਵਿੱਚ ਇਹੀ ਕੁਛ ਹੁੰਦਾ ਰਿਹਾ। ਕ੍ਰਿਸ਼ਨ ਜੀ ਤੇ ਕੰਸ ਜੀ ਵਿੱਚ ਵੱਡੇ ਵੱਡੇ ਮਹਾਭਾਰਤ ਹੁੰਦੇ ਰਹੇ। ਤ੍ਰੇਤੇ ਵਿੱਚ ਵੇਖ ਲਓ ਰਾਮਚੰਦਰ ਜੀ ਤੇ ਰਾਵਣ ਦੇ ਵਿੱਚ ਕੀ ਕੁਝ ਹੁੰਦਾ ਰਿਹਾ। ਉਹਨੂੰ ਕੀ ਕਹਿੰਦੇ ਆ? ਕਲਾ, ਕਲੇਸ਼, ਲੜਾਈ ਝਗੜਾ। ਤੇ ਕਲਯੁਗ ਦੇ ਵਿੱਚ ਧਰਮਸ਼ਾਲਾ ਤੋਂ ਲੈ ਕੇ ਧਾਰਮਿਕ ਸਥਾਨ, ਹਰ ਧਾਰਮਿਕ ਸਥਾਨ ਦੇ ਉੱਤੇ ਵਿਰਲੀ ਹੋ ਕੋਈ ਥਾਂ ਜਿੱਥੇ ਐਸਾ ਨਹੀਂ। ਹਰ ਥਾਂ ਤੇ ਲੜਾਈ, ਦੰਗੇ, ਫਸਾਦ, ਆਖੋ ਸਤਿਨਾਮ। ਮੰਦਰ ਮਸਜਿਦ ਦੇ ਨਾਂ ਤੇ ਦੁਨੀਆ ਨੂੰ ਲੜਾਇਆ ਜਾਂਦਾ। ਇਹ ਕੀ ਹੈ? ਕਲੇਸ਼। ਨਾਰਦ ਮੁਨੀ ਕਹਿੰਦੇ ਮਹਾਰਾਜ ਇਹ ਮੇਰੀ ਪਤਨੀ ਹੈ, ਇਹਦਾ ਨਾਮ ਕਲਹ ਹੈ, ਇਹਦੇ ਨਾਮ ਕਲੇਸ਼ ਹੈ। ਭਾਵ ਇਹਦੇ ਕੋਲ ਕਲੇਸ਼ ਦਾ ਡਿਪਾਰਟਮੈਂਟ ਹੈ। ਪਰ ਨਾਰਦ ਮੁਨੀ ਭਗਤੀ ਵਾਲੇ ਆ, ਬੰਦਗੀ ਵਾਲੇ ਆ। ਪਾਤਸ਼ਾਹ ਨੇ ਆਪ ਜੀ ਦੀ ਅਵੱਗਿਆ ਕੀਤੀ ਹੈ, ਇਹਨੂੰ ਬਖਸ਼ ਲਵੋ। ਭਾਈ ਭੂਲੇ ਸਕੀ ਬਖਸ਼ੀ ਜੈ, ਅਬ ਜਾਂ ਪਰ ਨਿਜ ਕਰੁਣਾ ਕੀਜੈ। ਐਸੀ ਕਿਰਪਾ ਕਰੋ ਮਹਾਰਾਜ ਦਾ ਗੁਨਾਹ ਬਖਸ਼ਿਆ ਜਾਵੇ। ਨੇ ਅਵੱਗਿਆ ਕੀਤੀ, ਆਪ ਜੀ ਦਾ ਨਰਾਦਰ ਕੀਤਾ। ਕਿਉਂਕਿ ਆ ਜਿਹੜੀ ਕਲਹਾ ਨਾ, ਕਲੇਸ਼, ਇਹ ਉਹ ਹੈ ਜਿਹਨੇ ਕਦੇ ਦੁਰਵਾਸ਼ਾ ਰਿਸ਼ੀ ਦੇ ਰੂਪ ਵਿੱਚ ਆ ਕੇ ਕ੍ਰਿਸ਼ਨ ਜੀਆਂ ਨੂੰ ਸ਼ਰਾਪ ਦਿੱਤਾ। ਬਾਣੀ ਲਿਖਦੀ ਹੈ ਦੁਰਵਾਸਾ ਸਿਓ ਕਰਤ ਠਗੌੜੀ ਜਾਦਵ ਇਹ ਫਲ ਪਰ। ਇਹ ਉਹੀ ਕਲਹਾ ਹੈ ਜਿਹਨੇ ਕੌਰਵਾਂ ਤੇ ਪਾਂਡਵਾਂ ਭਰਾਵਾਂ ਨੂੰ ਆਪਸ ਵਿੱਚ ਲੜਾ ਮਰਾ ਦਿੱਤਾ। ਕਲੇਸ਼ ਅੱਜ ਨਹੀਂ ਹੈ। ਭਰਾ ਭਰਾ ਦਾ ਵੈਰੀ ਹੈ, ਪੁੱਤ ਮਾਂ ਦਾ ਵੈਰੀ ਹੈ, ਭੈਣ ਭਰਾ ਦੇ ਵਿਰੁੱਧ ਖੜੀ ਹੈ ਕੋਰਟ ਵਿੱਚ। ਕੀ ਨਹੀਂ ਬੋਲਿਆ? ਸਭ ਕਿਤੇ ਵਰਤ ਰਿਹਾ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਆਖਿਆ ਮਹਾਰਾਜ ਇਹਨੂੰ ਸ਼ਾਂਤੀ ਦੇ ਦਿਓ, ਇਹਨੂੰ ਟਿਕਾ ਦੇ ਦਿਓ। ਸਤਿਯੁਗ ਦੁਆਪਰ ਤ੍ਰੇਤਾ ਬੇਸ਼ੱਕ ਬਹੁਤ ਚੰਗੇ ਯੁੱਗ ਮੰਨੇ ਗਏ, ਪਰ ਉਦੋਂ ਕਿਹੜਾ ਯੁੱਧ ਨਹੀਂ ਸੀ ਹੁੰਦੇ, ਕਿਹੜਾ ਲੜਾਈਆਂ ਨਹੀਂ ਸੀ ਹੁੰਦੀਆਂ। ਕੋਈ ਉਦੋਂ ਇੱਕ ਬੰਦਾ ਗਲਤੀ ਕਰਦਾ ਸਾਰੇ ਦੇਸ਼ ਨੂੰ ਸਜ਼ਾ ਦਿੱਤੀ ਜਾਂਦੀ। ਕਲਯੁਗ ਵਿੱਚ ਐਸਾ ਤੇ ਹੈ ਹੀ ਨਹੀਂ। ਕਿੱਡਾ ਮਹਾਨ ਯੁੱਗ ਹੈ ਇਸ ਯੁੱਗ ਵਿੱਚ, ਤੇ ਨਾਮ ਦੀ ਮਹਿਮਾ ਹੈ। ਸਤਿਗੁਰ ਕਹਿੰਦੇ ਅਬ ਕਲੂ ਆਇਓ ਇੱਕ ਨਾਮ ਬੋਲੋ। ਭਾਈ ਕਲਯੁਗ ਦਾ ਵੇਲਾ, ਨਾਮ ਜਪਿਆ ਜਾਏ, ਨਾਮ ਬੀਜਿਆ ਜਾਏ ਤੇ ਰੁੱਤ ਐਸੀ ਮਸਤਾਨੀ ਹੋਈ। ਜਦੋਂ ਸਤਿਗੁਰਾਂ ਦੇ ਸਨਮੁਖੇ ਬੇਨਤੀਆਂ ਕੀਤੀਆਂ ਮਹਾਰਾਜ ਨੂੰ ਬਖਸ਼ ਲਵੋ, ਇਹਦੀ ਤਰਸ ਕਰੋ। ਇਹਦਾ ਸੁਭਾਅ ਹੀ ਐਸਾ ਹੈ, ਇਹ ਕਿਸੇ ਨੂੰ ਬਖਸ਼ਦੀ ਨਹੀਂ। ਬਹੁਤ ਦਿਵਸ ਕੀ ਸ਼ੁਦਾ ਸੁਤਾਏ, ਮਹਿਮਾ ਤੁਮਰੀ ਲਖ ਨ ਸਕਾਏ। ਗੁਰੂ ਸਾਹਿਬ ਕਹਿੰਦੇ ਮਹਾਂਪੁਰਖੋ ਦੱਸੋ ਚਾਹੀਦਾ ਕੀ ਹੈ? ਕਹਿੰਦੇ ਮਹਾਰਾਜ ਇਹ ਨਾ ਬਹੁਤ ਲੰਬੇ ਸਮੇਂ ਤੋਂ ਭੁੱਖੀ ਹੈ।
ਇਹਦੀ ਭੁੱਖ ਪੂਰੀ ਕਰੋ। ਹੁਣ ਕਲੇਸ਼ ਦੀ ਭੁੱਖ ਕਦੇ ਪੂਰੀ ਹੋਈ ਹੈ? ਕਲੇਸ਼ ਜਿਹੜੇ ਘਰ ਵਿੱਚ ਆ ਗਿਆ, ਕਈ ਵਾਰ ਪੁਸ਼ਤਾਂ ਦੀਆਂ ਪੁਸ਼ਤਾਂ ਲੈ ਬੈਠਦਾ, ਪੁੱਤ ਪੋਤੇ ਪੜਪੋਤਿਆਂ ਤੱਕ ਵੈਰ ਚੱਲਦੇ ਰਹਿੰਦੇ ਆ। ਮਹਾਰਾਜ ਇਹਨੇ ਉਸੇ ਰੂਪ ਵਿੱਚ ਆ ਕੇ ਤੁਹਾਡੇ ਤੇ ਹਮਲਾ ਕੀਤਾ ਵੀ ਮੈਂ ਇਹਨਾਂ ਤੋਂ ਪੇਟ ਭਰਨਾ। ਭਿਆਨਕ ਬਲਾ ਬਣ ਕੇ ਆਈ। ਲੜਾਈ ਨੂੰ ਅੱਜ ਵੀ ਲੋਕੀ ਕਹਿੰਦੇ ਭਾਈ ਪਰਾਂ ਹੋਏ ਬਲਾਏ। ਜਿਹੜਾ ਬੰਦਾ ਬਹੁਤਾ ਕਲੇਸ਼ੀ ਹੋਵੇ, ਬਹੁਤਾ ਲੜਦਾ ਹੋਵੇ, ਕੀ ਕਹਿੰਦੇ ਆਪਾਂ? ਕਹਿੰਦੇ ਇਸ ਬਲਾ ਤੋਂ ਰੱਬਾ ਬਚਾਈ। ਬਲਾ ਲੜਾਕਾ, ਲੜਾਈ ਕਰਨ ਵਾਲਾ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਕੇ ਉਹ ਤਰਲੇ ਕਰਦਾ, ਮਹਾਰਾਜ ਇਹਦੀ ਭੁੱਖ ਤੁਸੀਂ ਮਿਟਾ ਸਕਦੇ ਹੋ, ਕੋਈ ਦੇਵਤਾ ਥੋੜੀ ਮਿਟਾਏਗਾ। ਕਿਸੇ ਚ ਐਡੀ ਸਮਰੱਥਾ ਨਹੀਂ ਕੋਈ ਇਹਨੂੰ ਰਜਾ ਸਕੇ। ਇਹ ਕੀ ਸੁਣੀ ਦੀਨਤਾ ਜਬ ਹੀ ਹੈਵ ਕਿਰਪਾਲ ਬਚ ਉਚਰੇ ਤਬ ਹੀ। ਨਾਰਦ ਮੁਨੀ ਮਹਾਂਪੁਰਖਾਂ ਦੀ ਬੇਨਤੀ ਨੂੰ ਸੁਣ ਕੇ ਗੁਰੂ ਨਾਨਕ ਸਾਹਿਬ ਮਰਦ ਤਰਸਦੇ ਕਰਦੇ। ਉਹ ਰੱਬ ਨੇ ਕਦੇ ਵੈਰ ਨਹੀਂ ਜਤਾਇਆ। ਉਹਨੇ ਇਹ ਨਹੀਂ ਵੇਖਿਆ ਇਹਦੀ ਜਾਤ ਕੀ, ਇਹਦਾ ਗੋਤ ਕੀ, ਇਹਦਾ ਧਰਮ ਕੀ, ਮਜ਼ਹਬ ਕੀ, ਦੇਸ਼ ਕੀ। ਰੱਬ ਲਈ ਥੋੜਾ ਨੇ ਦੇਸ਼। ਸਾਡੇ ਲਈ ਦੇਸ਼ਾਂ ਦੀਆਂ ਹੱਦਾਂ ਨੇ, ਸਰਹੱਦਾਂ ਨੇ। ਸਾਡੇ ਲਈ ਧਰਮ ਅਲੱਗ ਹੋ ਸਕਦੇ, ਸਾਡੇ ਲਈ ਵਰਨ ਵੰਡ ਅਲੱਗ ਹੋ ਸਕਦੀ ਹੈ। ਅਸੀਂ ਬੰਦਾ ਇੱਕ ਕੰਟਰੀ ਦਾ ਦੂਜੀ ਕੰਟਰੀ ਦੇ ਬੰਦੇ ਨਾਲ ਨਫ਼ਰਤ ਕਰਦਾ ਹੋਏਗਾ, ਕਿ ਰੱਬ ਐਸਾ ਕਰਦਾ ਨਹੀਂ। ਉਹਨੇ ਤੇ ਸਮੁੱਚੀ ਕਾਇਨਾਤ ਸਾਜੀ, ਉਹ ਤੇ ਖੰਡਾਂ ਬ੍ਰਹਿਮੰਡਾਂ ਦਾ ਮਾਲਕ। ਧਰਤੀ ਕੀ ਹੋਗਾ ਉਹਦੇ? ਧਰਤੀ ਤੇ ਕੁਝ ਵੀ ਨਹੀਂ, ਇੱਕ ਰੇਤ ਦਾ ਕਿਣਕਾ ਹੈ ਪਰਮਾਤਮਾ ਦੀ ਨਜ਼ਰ ਵਿੱਚ ਧਰਤੀ। ਉਹ ਤੇ ਕਰੋੜਾਂ ਧਰਤੀਆਂ, ਕਰੋੜਾਂ ਬ੍ਰਹਿਮੰਡ ਸਾਜਣ ਵਾਲਾ ਦਾਤਾ। ਉਹਦੀਆਂ ਖੇਡਾਂ ਤੇ ਨਿਆਰੀਆਂ ਤੇ ਵੱਡੀਆਂ ਨੇ। ਗੁਰੂ ਬਾਬਾ ਜੀ ਖੁਸ਼ ਹੋਏ, ਕਹਿੰਦੇ ਮਹਾਂਪੁਰਖ ਤੁਹਾਡਾ ਬਚਨ ਸਿਰ ਮੱਥੇ ਪ੍ਰਵਾਨ ਹੈ। ਇਹ ਸਰੂਪ ਤੇ ਛਟਵੋ ਪਰਮੋ ਸਭ ਜਾ ਕੋ ਤਨ ਤ੍ਰਿਪਤ ਸੁਕਰ ਹੋ। ਮਰਦ ਕਹਿੰਦੇ ਇਹਦੀ ਭੁੱਖ ਅੱਜ ਨਹੀਂ ਮਿਟਣੀ। ਅੱਜ ਤੋਂ ਬਾਅਦ ਅਸੀਂ ਜਦੋਂ ਛੇਵਾਂ ਜਾਮਾ ਧਾਰਨ ਕਰ, ਭਾਵ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਛੇਵਾਂ ਜਾਮਾ, ਛੇਵੇਂ ਨਾਨਕ। ਮਰਦ ਕਹਿੰਦੇ ਉਦੋਂ ਇਹਦੀ ਇੱਛਾ ਪੂਰੀ ਕਰ ਦਿਆਂਗੇ, ਉਹ ਵੀ ਤੁਹਾਡੀ ਸਿਫਾਰਿਸ਼ ਆਈ ਹੈ, ਤੁਸੀਂ ਬੇਨਤੀ ਕੀਤੀ। ਕਿਉਂਕਿ ਵੇਖੋ ਬੰਦੇ ਦੀ ਹੈਸੀਅਤ ਮੁਤਾਬਕ ਹੈ। ਕੋਈ ਇਹੋ ਜਿਹਾ ਬੰਦਾ ਹੋ ਸਕਦਾ ਜੋ 1-2 ਰੋਟੀਆਂ 4 ਖਾਂਦਾ ਖਵਾ ਦੋਗੇ। ਕੋਈ ਬੰਦਾ 100 ਨੂੰ ਰੋਟੀ ਖਵਾ ਸਕਦਾ, ਕੋਈ 1000 ਨੂੰ, ਕੋਈ 5000 ਨੂੰ, ਕੋਈ 50000, ਕੋਈ 5 ਲੱਖ ਨੂੰ। ਆਪਣੀ ਆਪਣੀ ਸਮਰੱਥਾ। ਹੁਣ ਜੇ ਗਰੀਬ ਬੰਦੇ ਤੇ ਤੁਸੀਂ ਵਰਡਨ ਪਾ ਦੋਗੇ, ਜ਼ੋਰ ਪਾ ਦੋਗੇ ਵੀ ਤੂੰ 5000 ਬੰਦੇ ਨੂੰ ਰੋਟੀ ਖਵਾਓ, ਤੇ ਘਰ ਦੇ ਨੂੰ। ਹੁਣ ਇਹ ਕਲਹ ਰੱਬ ਕੋਲ ਚੱਲ ਕੇ ਆਈ ਹੈ, ਦੁਨੀਆ ਸਾਹਮਣੇ ਜ਼ੋਰ ਨਹੀਂ ਚੱਲਿਆ। ਨਾਰਦ ਮੁਨੀ ਲੈ ਕੇ ਆਏ ਨੇ, ਮਹਾਰਾਜ ਇਹਦਾ ਢਿੱਡ ਨਹੀਂ ਭਰਦਾ ਕਿਉਂਕਿ ਖੂਨ ਪੀ ਰਹੀ ਹੈ। ਇਹਦਾ ਰੂਪ ਕੈਸਾ, ਇਹਦੀ ਖੁਰਾਕ ਕਿਹੜੀ ਹੈ? ਰਾਖਸ਼ਾਂ ਵਾਲੀ ਹੈ। ਸਤਿਗੁਰ ਕਹਿੰਦੇ 6ਵੇਂ ਜਾਮੇ ਵਿੱਚ ਇਹਨੂੰ ਇਹਦਾ ਭੋਜਨ ਮਿਲ ਜਾਏਗਾ। ਕਿਉਂਕਿ ਇੱਥੇ ਬਹੁਤ ਜਾਨਵਰ ਨੇ ਦੁਨੀਆ ਤੇ, ਕੋਈ ਮਹੀਨਾ ਭੁੱਖਾ ਰਹਿ ਸਕਦਾ, ਕੋਈ 6 ਮਹੀਨੇ, ਕੋਈ 6 ਸਾਲ। ਅੱਜ ਦੀ ਸਾਇੰਸ ਨੇ ਸਭ ਕੁਝ ਪ੍ਰਗਟ ਕਰਕੇ ਰੱਖ ਦਿੱਤਾ। ਪਿਆਰਿਓ ਰੱਬ ਦੀਆਂ ਬਣਾਈਆਂ ਖੇਡਾਂ ਨੇ ਸਾਰੀਆਂ। ਗੁਰੂ ਸਾਹਿਬ ਆਖਣ ਲੱਗੇ ਕਿ ਇਹਦੀ ਇੱਛਾ ਜ਼ਰੂਰ ਪੂਰੀ ਕਰੋ, ਇਹਨੂੰ ਇਹਦਾ ਬਣਦਾ ਭੋਜਨ ਉਦੋਂ ਜ਼ਰੂਰ ਛਕਾਵਾਂਗੇ। ਹੋਰ ਦਸਮ ਧਰੋ ਅਵਤਾਰਾ ਕਬ ਕਰ ਹੋ ਇੱਕ ਪੰਥ ਕਰਾਰਾ। ਸਾਹਿਬ ਕਹਿੰਦੇ ਫੇਰ ਅਸੀਂ 10ਵਾਂ ਜਾਮਾ ਧਾਰਨ ਕਰਾਂਗੇ, ਭਾਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ 10ਵੇਂ ਜਾਮੇ 'ਚ ਧਾਰਨ ਕਰਾਂਗੇ। ਉਦੋਂ ਅਸੀਂ ਇੱਕ ਪੰਥ ਸਾਜਾਂਗੇ ਜੋ ਨਿਆਰਾ ਹੋਏਗਾ, ਜਿਹਦਾ ਨਾਮ ਖਾਲਸਾ ਹੋਏਗਾ। ਖਾਲਸਾ ਸ਼ਬਦ ਗੁਰਬਾਣੀ ਵਿੱਚ ਵੀ ਹੈ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਮੀ। ਗੁਰਬਾਣੀ ਵਿੱਚ ਵੀ ਦਰਜ ਹੈ ਖਾਲਸਾ। ਤੇ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰਨੀ ਨਾਮਾ ਜਦੋਂ ਉਚਾਰਨ ਕੀਤਾ, ਉਹਦੇ ਵਿੱਚ ਵੀ ਕਹੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਇਹ ਕਿਹਦੇ ਸ਼ਬਦ ਨੇ? ਕੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ? ਨਹੀਂ, ਇਹ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ। ਮਰਦ ਕਹਿੰਦੇ 10ਵੇਂ ਜਾਮੇ ਵਿੱਚ ਅਸੀਂ ਇੱਕ ਐਸਾ ਪੰਥ ਨਰਾਰਾ ਤੇ ਕਰਾਰਾ ਸਾਜਾਂਗੇ, ਪੂਰੀ ਦੁਨੀਆ ਦੇ ਵਿੱਚ ਲੱਖਾਂ ਵਿੱਚ ਉਹਦੀ ਇਕੱਲੇ ਦੀ ਪਹਿਚਾਣ ਹੋਏਗੀ। ਬਹੁਤ ਹੋਏਗੇ ਜਬ ਸੰਗਰਾਮਾ ਤਬ ਜਾ ਕੋ ਹੈ ਪੂਰਨ ਕਾਮਾ। ਕਿਉਂਕਿ ਉਲਾਂਭਾ ਸੀ ਇੱਥੇ ਮਰਦੇ ਤੇ ਬਹੁਤ ਦੇਰ ਦੀ ਭੁੱਖੀ। ਕਦੋਂ ਤੋਂ? ਮਹਾਭਾਰਤ ਦੇ ਯੁੱਧ ਤੋਂ ਬਾਅਦ ਇਸ ਕਲਾ ਨੂੰ, ਇਸ ਕਲੇਸ਼ ਨੂੰ ਵੱਡੇ ਪੱਧਰ ਤੇ ਮਾਸ ਖਾਣ ਨੂੰ ਮਿਲਿਆ, ਦੁਰਗੰਧ ਨਹੀਂ ਮਿਲੀ। ਤੇ ਗੁਰੂ ਸਾਹਿਬ ਕਹਿੰਦੇ 6ਵੇਂ ਰੂਪ ਚ ਜੰਗ ਅਖਾੜੇ ਹੋਣਗੇ। 4 ਜੰਗ ਵੱਡੇ ਗੁਰੂ ਸਾਹਿਬ ਨੇ, ਹਰਗੋਬਿੰਦਪੁਰ ਦਾ, ਕਰਤਾਰਪੁਰ ਸਾਹਿਬ,
ਅੰਮ੍ਰਿਤਸਰ ਸਾਹਿਬ ਦਾ ਜੰਗ, ਇਸੇ ਤਰ੍ਹਾਂ ਬਠਿੰਡੇ ਵਾਲੇ ਪਾਸੇ ਜੰਗ ਕੀਤਾ ਗੁਰੂ ਕੇ ਰਹਿ। ਚਾਰੇ ਜੰਗਾਂ ਦੇ ਵਿੱਚ ਇਸ ਕਲਾ ਨੇ ਆਪਣੇ ਪੂਰੇ ਜ਼ੋਰ ਵਿਖਾਏ, ਕਿਉਂਕਿ ਜੋਧੇ ਨੂੰ ਜੋਧਾ ਵੇਖ ਕੇ ਲੜਦਾ ਸੀ। 10ਵੇਂ ਪਾਤਸ਼ਾਹ ਦੇ ਰੂਪ ਵਿੱਚ ਆ ਕੇ ਫਿਰ 14 ਜੰਗਾਂ, 14 ਯੁੱਧਾਂ ਦੇ ਵਿੱਚ, ਜੰਗਾਂ ਦੇ ਵਿੱਚ ਇਹਨਾਂ ਮਾਸ ਖਾਧਾ। ਕਿ ਮਾਸ ਦੀ ਕਮੀ ਸੀ ਇਹਨਾਂ ਨੂੰ? ਨਹੀਂ, ਇਹਨਾਂ ਦੀ ਸ਼ਰਤ ਹੈ ਅਸੀਂ ਕਿਸੇ ਕਾਇਰ ਦਾ ਮਾਸ ਨਹੀਂ ਖਾਣਾ। ਅੱਜ ਸਾਡੀ ਕੌਮ 'ਚ ਵੀ ਵੱਢ ਕੇ ਬੱਕਰਾ ਬੋਲੇ ਸੋਨੇ ਹਾਲ ਕਹਿਣ ਵਾਲੇ, ਕਿਸੇ ਕਾਇਰ ਦਾ ਮਾਸ ਖਾਣ ਵਾਲੇ ਕਿਹੜੇ ਸ਼ੇਰਾਂ ਦੀਆਂ ਗੱਲਾਂ ਕਰਦੇ ਨੇ? ਪਿਆਰਿਓ, ਸ਼ੇਰਾਂ ਦਾ ਸ਼ਿਕਾਰ ਕਰਕੇ ਖਾਓ ਤੇ ਗੱਲ ਹੋਵੇ, ਇੱਕ ਨੂੰ ਬੰਨ ਕੇ ਉਹਨੂੰ ਵੱਢ ਕੇ ਤੁਸੀਂ ਜਕਾਰਾ ਛੱਡ ਕੇ ਖਾਓਗੇ ਤੇ ਕਾਇਰ ਦਾ ਮਾਸ ਖਾਣ ਵਾਲਾ ਕਦੇ ਸ਼ੇਰ ਨਹੀਂ ਬਣਦਾ। ਕੋ ਸਤਨਾਮ ਕਾਇਰ ਰਹੇਗਾ। ਜਿਹੋ ਜਿਹਾ ਭੋਜਨ ਹੋਏਗਾ ਉਹੋ ਜਿਹੇ ਵਿਚਾਰ ਹੋਣਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਫਿਰ ਜੰਗ ਹੋਣਗੇ, ਖਾਲਸਾ ਜੰਗ ਜੁੜ ਰਹੇਗਾ। ਉਹਨਾਂ ਜੰਗਾਂ ਦੇ ਵਿੱਚ ਖੱਪਰ ਭਰ ਭਰ ਕੇ ਭਾਵੇਂ ਖੂਨ ਦੇ ਉਹ ਬਚਨ ਫਿਰ ਆਉਣ ਵਾਲੇ ਸਮੇਂ 'ਚ ਆਏ। ਆਪ ਜੀ ਦੀ ਪਿਛਲੀ ਕਥਾ 'ਚ ਸੁਣਿਆ ਕਲ ਜੋਗਣੀਆਂ ਕਿੱਦਾਂ ਯੁੱਧ ਵਿੱਚ ਨੱਚਦੀਆਂ ਸੀ, ਖੱਪਰ ਭਰ ਭਰ ਪੀਂਦੀਆਂ ਸੀ। ਕਲਾ ਕੀ ਹੈ? ਕਲੇਸ਼। ਹਰ ਯੁੱਧ ਵਿੱਚ ਯੋਧਿਆਂ 'ਚ ਜਦੋਂ ਵੀਰ ਰਸ ਆਉਂਦਾ ਸੀ, ਖੂਨ ਆਉਂਦਾ ਸੀ, ਇੱਕ ਦੂਜੇ ਨਾਲ ਭਿੜਦੇ ਸੀ, ਜਾਨ ਦੀ ਬਾਜੀ ਲਾ ਲਾ ਕੇ। ਕਹਿੰਦੇ ਉਦੋਂ ਕਲਾ ਹੱਸਦੀ ਸੀ। ਅੱਜ ਵੀ ਕਿਸੇ ਘਰ 'ਚ ਕਲੇਸ਼ ਹੋਵੇ ਨਾ, ਉਹ ਕਲਾ ਦੀ ਨਿਸ਼ਾਨੀ ਹੈ। ਤਾਈ ਤੇ ਬਾਣੀ ਕਹਿੰਦੀ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਤਨ ਤੇ ਮਨ ਵਿੱਚੋਂ ਕਲ ਕਲੇਸ਼ ਚਲੇ ਜਾਣਗੇ। ਕਾਹਦੇ ਨਾਲ? ਸਿਮਰਨ ਬੰਦਗੀ ਨਾਲ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਆ ਭਾਈ 6ਵੇਂ ਜਾਮੇ ਵਿੱਚ 10ਵੇਂ ਜਾਮੇ ਵਿੱਚ ਇਹਦੀ ਭੁੱਖ ਨੂੰ ਪੂਰੀ ਕਰ ਦਿਆਂਗੇ। ਵਿਦਾ ਕਰੇ ਬਰ ਦੇ ਕਰ ਦੋ, ਗਾਵਣੇ ਨਿਜ ਇੱਛਾ ਜਿਤ ਸੋ। ਪਾਤਸ਼ਾਹ ਕਹਿੰਦੇ ਹੁਣ ਤੂੰ ਆਪਣੀ ਇੱਛਾ ਦੇ ਨਾਲ ਵਿਚਰ ਸਕਦੀ ਹੈ। ਇਹ ਵੀ ਰੱਬ ਦੀ ਮਾਇਆ ਹੈ। ਪਰਮਾਤਮਾ ਦੀ ਮਾਇਆ ਕਿੰਨੀ ਹੈ? ਰੱਬ ਨੇ ਕੀ ਮਾੜਾ ਬਣਾਇਆ? ਇੱਥੇ ਕੁਛ ਨਹੀਂ ਬਣਾਇਆ ਮਾੜਾ, ਬੁਰਾ ਹੈ ਹੀ ਕੁਛ ਨਹੀਂ। ਇੱਕ ਰੱਬ ਦਾ ਪਿਆਰਾ ਬੰਦਗੀ ਵਾਲਾ ਹੋਵੇ, ਉਹਨੂੰ ਪੁੱਛੋ ਬੁਰਾ ਕਿਉਂ? ਕਹਿੰਦਾ ਨਹੀਂ ਭਾਈ ਇੱਥੇ ਬੁਰਾ ਕੋਈ ਨਹੀਂ, ਸਿਰਫ ਮੈਂ ਬੁਰਾ ਹਾਂ। ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਈ। ਇੱਥੇ ਤਾਂ ਸਾਰੇ ਚੰਗੇ ਆ। ਕੋਈ ਮੇਰੇ ਵਰਗੇ ਨੂੰ ਪੁੱਛੇ ਚੰਗਾ, ਉਹ ਕਹਿੰਦਾ ਲੈ ਆ ਵੀ ਮਾੜਾ, ਆ ਵੀ ਮਾੜਾ, ਮੈਂ ਹੀ ਚੰਗਾ। ਅਸੀਂ ਇੱਥੇ ਖੜੇ, ਮਤਲਬ ਰੱਬ ਤੋਂ ਦੂਰ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆਪਣੀ ਇੱਛਾ ਨਾਲ ਵਿਚਰ। ਕਾਮ ਕ੍ਰੋਧ ਲੋਭ ਹੰਕਾਰ ਵਿਕਾਰ ਨੇ ਨਾ, ਪਰ ਇਹਨਾਂ ਤੋਂ ਬਗੈਰ ਗ੍ਰਸਥ ਧਰਮ ਚੱਲ ਸਕਦਾ ਨਹੀਂ ਨਾ। ਪਰ ਲੋੜ ਤੋਂ ਵੱਧ ਕੇ ਕਾਮ ਆ ਗਿਆ, ਲੋੜ ਤੋਂ ਵੱਧ ਕੇ ਕ੍ਰੋਧ ਆ ਗਿਆ, ਲੋਭ ਆ ਗਿਆ, ਮੋਹ ਆ ਗਿਆ, ਹੰਕਾਰ ਆ ਗਿਆ, ਸਦਾ ਹੀ ਘਾਤਕ ਹੈ। ਲੋੜ ਤੋਂ ਵੱਧ ਕੇ ਤੇ ਰੋਟੀ ਖਾ ਕੇ ਵੇਖੋ ਨੁਕਸਾਨਦਾਇਕ ਹੈ। ਲੋੜ ਤੋਂ ਵੱਧ ਕੇ ਸੌਂ ਕੇ ਵੇਖੋ ਉਹ ਦੁਖਦਾਈ ਹੈ। ਬੁਰਾ ਕੁਛ ਨਹੀਂ ਹੈ, ਇੱਕ ਸਮਝਣ ਦਾ ਨਜ਼ਰੀਆ ਹੈ। ਜਦੋਂ ਪਰਮਾਤਮਾ ਨੇ ਮਾਇਆ ਪਾ ਦਿੱਤੀ ਫਿਰ ਸਾਰਾ ਕੁਝ ਬੁਰਾ ਲੱਗਦਾ ਹੈ। ਮਾਇਆ ਦੇ ਵਿੱਚ ਸਭ ਕੁਝ ਚੰਗਾ ਵੀ ਲੱਗਣ ਲੱਗ ਜਾਂਦਾ ਹੈ। ਨਾਮ ਜਪਣ ਵਾਲੀਆਂ ਰੂਹਾਂ ਇਹਨਾਂ ਚੀਜ਼ਾਂ ਨੂੰ ਤਿਆਗ ਦਿੰਦੀਆਂ ਨੇ, ਉੱਚੀਆਂ ਉੱਠ ਜਾਂਦੀਆਂ ਨੇ, ਕਿਉਂਕਿ ਕਾਮ ਕ੍ਰੋਧ ਖਤਮ ਨਹੀਂ ਹੋ ਰਹੇ। ਇਹਨਾਂ ਨੂੰ ਛੱਡ ਕੇ ਅਵਸਥਾ ਦੀ ਉੱਚੇ ਤਲ ਤੇ ਬਹਿ ਜਾਂਦੇ ਆ, ਫਿਰ ਇਹ ਚੀਜ਼ਾਂ ਉੱਥੇ ਜ਼ੀਰੋ ਹੋ ਜਾਂਦੀਆਂ। ਗੁਰੂ ਸਾਹਿਬ ਕਹਿੰਦੇ ਇਹ ਕਲਹਾਂ ਨੂੰ ਭਾਈ ਮੌਕਾ ਦਿੰਦੇ ਆ, ਵਿਚਰੇ ਆਪਣੀ ਮਰਜ਼ੀ ਨਾਲ। ਕਿੱਥੇ ਵਿਚਰਨਾ? ਸਾਹਿਬ ਕਹਿੰਦੇ ਜਿਨ੍ਹਾਂ ਘਰਾਂ ਵਿੱਚ ਕੋਈ ਨਾਮ ਨਹੀਂ ਨਾ ਜਪਦਾ ਉਹਨਾਂ ਘਰਾਂ ਵਿੱਚ ਵਿਚਰਨਾ। ਅੱਜ ਵੀ ਜਿੱਥੇ ਬੰਦਗੀ ਨਹੀਂ, ਜਿੱਥੇ ਸਿਮਰਨ ਨਹੀਂ, ਭੂਤ ਬਸੈ ਤਿਨ ਮਾਹੇ। ਮਰਦ ਕਹਿੰਦੇ ਭਾਈ ਸੇ ਕਰ ਮਰ ਹਟ ਸਾਰਖੇ। ਘਰ ਥੋੜੀ ਤੇ ਸ਼ਮਸ਼ਾਨ ਨੇ, ਮੜੀਆਂ ਨੇ ਉਹ ਘਰ ਜਿਉਂਦੇ ਜਾਗਦੇ। ਜਿੱਥੇ ਰੱਬ ਦੀ ਬੰਦਗੀ ਨਹੀਂ, ਰੱਬ ਦਾ ਨਾਮ ਨਹੀਂ, ਉੱਥੇ ਵਾਸਾ ਕਿਹਦਾ ਏ? ਕਲਹ। ਜਿੱਥੇ ਨਾਮ ਨਹੀਂ ਉੱਥੇ ਕਲੇਸ਼ ਹੁੰਦਾ, ਜਿੱਥੇ ਕਲੇਸ਼ ਹੁੰਦਾ ਉੱਥੇ ਨਾਮ ਨਹੀਂ ਹੁੰਦਾ। ਕੋ ਸਤਨਾਮ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹਨੂੰ ਵਿਚਰਨ ਦਿਓ ਭਾਈ। ਗੁਰੂ ਨੇ ਕਦੇ ਕਿਸੇ ਦਾ ਬੁਰਾ ਕੀਤਾ? ਜੇ ਰੱਬ ਨੇ ਬੁਰਾ ਕਰਨਾ ਹੁੰਦਾ, ਰੱਬ ਨੇ ਹੁਣ ਇੱਥੇ ਸੁਭਾਵਿਕ ਗੱਲ ਹੈ, ਮੁਸਲਮਾਨ ਕਹਿੰਦੇ ਅਸੀਂ ਸਾਰਿਆਂ ਨੂੰ ਮੁਸਲਮਾਨ ਬਣਾ ਦੇਵਾਂਗੇ ਕਿਉਂਕਿ ਅੱਲਾਹ ਕਹਿੰਦਾ। ਹਿੰਦੂ ਵੀਰ ਕਹਿੰਦੇ ਅਸੀਂ ਤੇ ਹਿੰਦੁਸਤਾਨ ਨੂੰ ਹਿੰਦੂ ਬਣਾ ਦੇਵਾਂਗੇ ਕਿਉਂਕਿ ਸਾਡਾ ਰੱਬ ਕਹਿੰਦਾ। ਜੇ ਰੱਬ ਨੇ ਕੁਝ ਕਰਨਾ ਹੁੰਦਾ ਉਹ ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਜੰਮਣਾ ਹੀ ਬੰਦ ਕਰ ਦਿੰਦਾ। ਜੰਮਦੇ ਕਿਉਂ? ਧਰਮ ਹੁੰਦੇ ਕਿਉਂ ਨਹੀਂ? ਸਾਰੇ ਧਰਮ ਸਿਆਣੇ ਨੇ, ਚੰਗੇ ਨੇ, ਸਭ ਆਪੋ ਆਪਣੇ ਰਸਤੇ ਨੇ। ਫਿਰ ਗੁਰੂ ਨਾਨਕ ਸਾਹਿਬ ਨੇ ਪੰਥ ਸਾਜਿਆ, ਨਿਰਮਲ ਪੰਥ ਕਾਹਦੇ ਲਈ? ਸ਼ਾਰਟਵੇ ਹੈ, ਹਾਈਵੇ, ਪਗਡੰਡੀਆਂ ਨਹੀਂ ਇਹਦੇ ਵਿੱਚ, ਸਿੱਧਾ ਰਨਵੇ ਹੈ, ਡਾਇਰੈਕਟ ਫਲਾਈਟ ਹੈ। ਨਾਮ ਜਪੋ, ਬੰਦਗੀ ਕਰੋ, ਇੱਕ ਮਿੱਕ ਉਹਦਾ ਰੂਪ ਹੋ ਜਾਓ। ਇਹ ਤੋਂ ਸੌਖਾ ਮਾਰਗ ਕਿਹੜਾ ਹੈ? ਗੁਰੂ ਸਾਹਿਬ ਕਹਿੰਦੇ ਨਾਰਦ ਮੁਨੀ ਜੀ ਇਹਨੇ ਆਪਣਾ ਕਰ ਲਿਆ। ਹੁਣ ਮਾਇਆ ਸਾਡੇ ਲਈ ਮਾੜੀ ਹੈ ਨਾ, ਜੋ ਰੱਬ ਤੋਂ ਤੋੜਦੀ ਹੈ, ਭਾਵੇਂ ਉਹ ਇਸਤਰੀ ਹੈ, ਔਰਤ ਹੈ, ਪੁਰਸ਼ ਹੈ, ਕੋਈ ਮਾਇਆ ਦਾ ਰੂਪ ਹੈ। ਮਾਇਆ ਸਾਜੀ ਕੀ ਹੋਈ ਹੈ? ਮਾਇਆ ਬਣਾਈ ਕਿਹਨੇ ਹੋਈ ਹੈ?
ਇਹ तो रचन रचिया करतार उस करते ने माया साजी, उन्हें काम क्रोध लोभ हंकार बनाया हुआ है, उन्हें शुभ गुण ते उन्हें माड़े अवगुण भी बनाए हुए ने। ये सब उन्हें माया पा के बंदे नूं परखिया भी तू कर्म किहो जे करेगा, जिहो जे करी जाएगा हो जे भरी जाएगा, क्योंकि तू आजाद है, तेरी अपनी मर्जी है। माड़े कर्म बीज लै माड़े लेखे भोगेगा, चंगे कर्म करी चल शुभ कर्म। गुरु साहब ने आज्ञा दे दी, कहते जा भाई किसी का बुरा नहीं करना, माड़ा नहीं करना। पुछया मर्द फिर कलयुग के वेले में कित्थे रहा? गुरु साहब कहते जिथे कोई नाम नहीं जपदा सद नाम सही ना गुरु जानी जी। जिथे बंदगी नहीं, सिमरन नहीं, भगती नहीं, सेवा नहीं, उथे कला दा वासा हुंदा ए। सुंदर इतिहास रसाला श्री गुरु अंगद सुनो किरपाला। भाई बाला जी कहते है गुरु अंगद दे पातशाह रस भरिया इतिहास अगे सरवण करो फिर की होया। गुरु अंगद दे मर्द चौंकड़े च बैठे सुन समान हो गए। ये रब दीयां गल्लां ने, गुरु नानक दीयां गल्लां ने। रब दीयां गल्लां ओही सुन सकदा जिहदे अंदर रब लई चढ़ है, जिहदे अंदर प्यार है। ज्यादातर लोगों का काम की है? दुनियावी गीत संगीत सुन के नचते टपते फिरते रब नूं भुल्ली फिरदे हैं लोग। याद है किसी नूं रब? बिरलियां रूहां ने जिन्हां करतार चेते आउंदा है, परमात्मा याद आउंदा है। गुरु नानक साहब महाराज जिन्हां दी महिमा भाई बाला जी उच्चे संघासन ते बैठ के सुना रहे, सारी संगत प्रेम विच भिज के सुनदी है। पर जे सिख सरोता तै बैसे सुनकर प्रश्न कियो ते ऐसे। जदों ये बचन सुनिया सब ਸਰੋਤਿਆਂ ने सीस नवाया, उदों कुछ सिखां ने सवाल कीते। सवाल किन्हां नूं? भाई बाला जी नूं। गुरु नानक साहब महाराज दे नाल सारा जीवन बतीत कीता, हर उदासी दे नाल ने, हर पल नाल ने। फिर उन्हां जागदियां रूहां ने, बंदगी वालियां रूहां ने कुछ गहरे सवाल कीते भी ये नाम की महिमा का जिक्र कलयुग विच क्यों? सतयुग द्वापर त्रेते विच भी लोग नाम जपदे सी, तो मुक्त क्यों नहीं सी होंदे? लखां लखां साल तप करके मुक्ति क्यों नहीं? इस युग विच नाम की महिमा क्यों? कई प्रकार के सवाल जदों कीते गुरु अंगद देव पातशाह जी आप परमात्मा गुरु नानक साहब का रूप कहते भाई सिखां की ज्ञात लई भाई बाला जी इन्हां सवालों के जवाब दिओ। ते भाई बाला जी प्यार भरे सवालों के जवाब देणगे जो रब की प्रीत वाले आ, प्रेम वाले आ। कल दे दीवाना च उन्हां नूं सरवण करांगे। वाहिगुरु 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 वाहिगुरु।